ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕਰਾਂਗੇ ਆਪਣੀ ਰੀਜ਼ਨਿੰਗ ਦਾ ਚੈਪਟਰ ਨੰਬਰ 1 ਅਲਫਾਬੈਟ ਸੀਰੀਜ਼ ਵਾਲਾ ਚੈਪਟਰ ਕਰਾਂਗੇ। ਆਪਾਂ ਸਾਰੀ ਦੀ ਸਾਰੀ ਰੀਜ਼ਨਿੰਗ ਨੂੰ ਪੂਰੀ ਕਰਦੇ ਪਏ ਜਿਹੜੀ ਮੈਰੀਟੋਰੀਅਸ ਜਾਂ ਸਕੂਲ ਆਫ ਐਮੀਨੈਂਸ ਦੇ ਪੇਪਰ ਦੇ ਵਿੱਚ ਹੋਣੀ ਆ। ਅਗਰ ਕੋਈ NTSC PSTSC ਦੀ ਤਿਆਰੀ ਕਰਦਾ ਦੈਨ ਉਹ ਪੂਰੀ ਵੀਡੀਓ ਦੇਖ ਸਕਦਾ ਬਿਕੋਜ਼ ਇਹ 'ਚ ਤੁਹਾਨੂੰ ਅਲਫਾਬੈਟ ਸੀਰੀਜ਼ A to Z ਲੈਵਲ ਤੱਕ ਆ ਜਾਏਗੀ। ਅਗਰ ਤੁਹਾਨੂੰ ਅਲਫਾਬੈਟ ਸੀਰੀਜ਼ ਤੋਂ ਕਾਫੀ ਬੱਚਿਆਂ ਨੂੰ ਡਰ ਲੱਗਦਾ ਵਾ ਬਟ ਮੈਂ ਤੁਹਾਨੂੰ ਅਲਫਾਬੈਟ ਸੀਰੀਜ਼ ਇਹਨਾਂ 20 ਤੋਂ 40 ਮਿੰਟਾਂ ਦੇ ਵਿੱਚ ਇੰਨੀ ਸਹੀ ਤਰ੍ਹਾਂ ਸਿਖਾ ਦੇਵਾਂਗੀ ਕਿ ਜਦੋਂ ਵੀ ਅਲਫਾਬੈਟ ਸੀਰੀਜ਼ ਦਾ ਕੁਐਸਚਨ ਆਏਗਾ ਤੁਹਾਡੇ ਮੂੰਹ ਤੇ ਸਮਾਈਲ ਆਏਗੀ ਬਿਕੋਜ਼ ਤੁਸੀਂ ਇੰਨੀ ਚੰਗੀ ਤਰ੍ਹਾਂ ਸਿੱਖ ਜਾਓਗੇ। ਜਿਸ ਤਰ੍ਹਾਂ ਕਿ ਮੈਂ ਖੁਦ ਇੱਕ ਮੈਰੀਟੋਰੀਅਸ ਸਕੂਲ ਦੀ ਸਟੂਡੈਂਟ ਆ ਸੋ ਮੈਂ ਤੁਹਾਡਾ ਮੈਰੀਟੋਰੀਅਸ ਸਕੂਲ ਦੇ ਵਿੱਚ ਸਿਲੈਕਸ਼ਨ ਪੱਕਾ ਕਰਵਾ ਦੂੰਗੀ। ਐਂਡ ਅਗਰ ਤੁਹਾਨੂੰ ਕਿਸੇ ਹੋਰ ਸਬਜੈਕਟ ਦੇ ਵਿੱਚ ਦਿੱਕਤ ਆਉਂਦੀ ਪਈ ਆ ਮੈਥਮੈਟਿਕਸ ਦੇ ਵਿੱਚ ਸਾਇੰਸ ਦੇ ਵਿੱਚ SS ਦੇ ਵਿੱਚ ਦੈਨ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਠੀਕ ਹੈ। ਦੈਨ ਆਪਾਂ ਉਹ ਵੀ ਨਾਲ ਦੇ ਨਾਲ ਕਰਾਂਗੇ ਅਗਰ ਸਾਡੇ ਕੋਲ ਹੋ ਪਾਏਗਾ, ਠੀਕ ਹੈ। ਬਟ ਤੁਹਾਡੇ ਮੈਰੀਟੋਰੀਅਸ ਸਕੂਲ ਦੇ ਵਿੱਚ ਸਿਲੈਕਸ਼ਨ ਜ਼ਰੂਰ ਹੋ ਜਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਅਗਰ ਕਾਫੀ ਜ਼ਿਆਦਾ ਵਧੀਆ ਤਿਆਰੀ ਕਰਨੀ ਆ ਦੈਨ ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ, ਜਾ ਕੇ ਜੁਆਇਨ ਕਰ ਲਿਓ ਬਿਕੋਜ਼ ਉੱਥੇ ਤੁਹਾਨੂੰ ਛੋਟੀ ਤੋਂ ਛੋਟੀ ਅਪਡੇਟ ਮਿਲੇਗੀ। ਨਾਲ ਦੇ ਨਾਲ ਸਾਰੇ ਨੋਟਸ ਫ੍ਰੀ ਦੇ ਵਿੱਚ ਮਿਲਣਗੇ ਅਗਰ ਤੁਸੀਂ ਪਹਿਲੇ 500 ਬੱਚੇ ਦੇ ਵਿੱਚ ਆਉਂਦੇ ਜੇ, ਠੀਕ ਹੈ। ਸੋ ਟੈਲੀਗ੍ਰਾਮ ਚੈਨਲ ਨੂੰ ਜਾ ਕੇ ਜੁਆਇਨ ਕਰ ਲਓ। ਅਗਰ ਤੁਸੀਂ ਪਹਿਲੇ 500 ਬੱਚੇ ਦੇ ਵਿੱਚ ਹੁੰਦੇ ਦੈਨ ਸਾਰੇ ਦੇ ਸਾਰੇ ਨੋਟਸ ਫ੍ਰੀ ਆ। ਅਗਰ ਤੁਸੀਂ 500 ਤੋਂ ਬਾਅਦ ਹੁੰਦੇ ਦੈਨ ਮੈਨੂੰ WhatsApp ਤੇ ਜ਼ਰੂਰ ਮੈਸੇਜ ਕਰ ਦਿਓ, ਠੀਕ ਹੈ। ਸੋ ਆਪਾਂ ਕੁਛ ਨਾ ਕੁਛ ਕਰ ਲਾਂਗੇ ਬਟ ਤੁਹਾਡੀ ਤਿਆਰੀ ਵਧੀਆ ਹੋਣੀ ਚਾਹੀਦੀ ਆ। ਕੋਈ ਵੀ ਬੁੱਕ ਨਾ ਖਰੀਦਿਓ ਅਗਰ ਤੁਹਾਡੇ ਕੋਲ ਮੇਰਾ ਚੈਨਲ ਹੈਗਾ ਵਾ, ਠੀਕ ਹੈ, ਰੀਜ਼ਨਿੰਗ ਵਗੈਰਾ ਦੀ। ਚਲੋ ਸ਼ੁਰੂ ਕਰਦੇ ਆ ਅੱਜ ਅਲਫਾਬੈਟ ਸੀਰੀਜ਼ ਦੇ ਆਪਣੇ ਹੈਗੇ ਆ ਰੀਜ਼ਨਿੰਗ ਦੇ ਚੈਪਟਰ 1 ਅਲਫਾਬੈਟ ਸੀਰੀਜ਼ ਬੇਸਿਕ ਤੋਂ ਐਡਵਾਂਸ ਲੈਵਲ ਤੱਕ ਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਸਕੂਲ ਆਫ ਐਮੀਨੈਂਸ ਪਲੱਸ ਮੈਰੀਟੋਰੀਅਸ ਐਂਟਰੈਂਸ ਐਗਜ਼ਾਮ ਦੀ ਰੀਜ਼ਨਿੰਗ ਵਾਸਤੇ ਸਪੈਸ਼ਲ ਮਾਸਟਰ ਕਲਾਸ ਆ। ਸੋ ਸਭ ਤੋਂ ਪਹਿਲਾਂ ਅੱਜ ਆਪਾਂ ਕੀ ਸਿੱਖਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਅੱਜ ਆਪਾਂ ਨੇ ਸਿੱਖਣਾ ਵਾ ਕਿ ਆਪਣੀ ਜਿਹੜੀ ਅਲਫਾਬੈਟ ਸੀਰੀਜ਼ ਆ ਉਹ ਕੀ ਹੁੰਦੀ ਆ। ਉਸ ਤੋਂ ਬਾਅਦ ਦੈਨ ਆਪਾਂ ਸਿੱਖਾਂਗੇ ਆਪਣੇ ਪੋਜੀਸ਼ਨ ਟੇਬਲ ਬਾਰੇ, ਉਹ ਕੀ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਸਿੱਖਾਂਗੇ ਜੀ ਆਪਣੇ EJOT ਗੋਲਡਨ ਰੂਲ ਬਾਰੇ। ਉਸ ਤੋਂ ਬਾਅਦ ਦੈਨ BGLQV, ਠੀਕ ਹੈ। ਆ ਇੱਕ ਬੋਨਸ ਰੂਲ ਹੈ, ਇਹਦੇ ਬਾਰੇ ਵੀ ਮੈਂ ਤੁਹਾਨੂੰ ਸਾਰਾ ਦੱਸੂੰਗੀ। ਦੈਨ ਉਸ ਤੋਂ ਬਾਅਦ ਆਪਾਂ ਸਿੱਖਾਂਗੇ ਰਿਵਰਸ ਪੋਜੀਸ਼ਨ ਟ੍ਰਿਕ ਬਾਰੇ ਸਿੱਖਾਂਗੇ ਆਪਾਂ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 4 ਤਰ੍ਹਾਂ ਦੇ ਜਿਹੜੇ ਪੈਟਰਨ ਹੁੰਦੇ ਆ ਅਲਫਾਬੈਟ ਸੀਰੀਜ਼ ਤੋਂ ਜਿਨ੍ਹਾਂ ਤੋਂ ਸਵਾਲ ਆਉਂਦੇ ਉਹਨਾਂ ਦੇ ਬਾਰੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪ੍ਰੈਕਟਿਸ ਕੁਐਸਚਨਸ, ਠੀਕ ਹੈ। ਆਪਾਂ ਲਾਈਵ ਪ੍ਰੈਕਟਿਸ ਕੁਐਸਚਨਸ ਕਰਾਂਗੇ, ਤੁਸੀਂ ਨਾਲ ਦੇ ਨਾਲ ਆਪਣੀ ਨੋਟਬੁੱਕ ਤੇ ਸੋਲਵ ਕਰਕੇ ਦੇਖਣੇ ਆ, ਠੀਕ ਹੈ। ਸੋ ਹੁਣ ਉਮੀਦ ਹੈ ਕਿ ਤੁਸੀਂ ਕਾਪੀ ਪੈਨ ਨਾਲ ਲੈ ਕੇ ਬੈਠੇ ਹੋਗੇ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣ ਵਾਲੀਆਂ ਟਿਪਸ ਵੀ ਦੱਸੂੰਗੀ ਜਿੱਦਾਂ ਤੁਹਾਡਾ ਪੇਪਰ ਹੋਰ ਵਧੀਆ ਹੋ ਜਾਏਗਾ। ਸੋ ਕੰਪਲੀਟ ਕਲਾਸ ਆ। ਅਗਰ ਤੁਹਾਨੂੰ ਇਸ ਦੇ ਨੋਟ ਚਾਹੀਦੇ ਦੈਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਜੀ, ਠੀਕ ਹੈ। ਗੱਲ ਕਰਦੇ ਹਾਂ ਜੀ ਆਪਣੀ ਅਲਫਾਬੈਟ ਸੀਰੀਜ਼ ਕੀ ਹੁੰਦੀ ਆ। ਆਪਾਂ ਇਹਦੀ ਡੈਫੀਨੇਸ਼ਨ ਨੂੰ ਦੇਖਾਂਗੇ। ਸੋ ਡੈਫੀਨੇਸ਼ਨ ਕੀ ਆ, ਅਲਫਾਬੈਟ ਸੀਰੀਜ਼ ਇਜ਼ ਇਕੁਅਲ ਟੂ ਲੈਟਰਸ ਦੀ ਇੱਕ ਸੀਕੁਐਂਸ ਹੁੰਦੀ ਆ ਜੋ ਕਿ ਇੱਕ ਸਪੈਸੀਫਿਕ ਪੈਟਰਨ ਫੋਲੋ ਕਰਦੀ ਹੈ, ਠੀਕ ਹੈ। ਇੱਕ ਸਪੈਸੀਫਿਕ ਲੈਟਰਸ ਦੀ ਇੱਕ ਸੀਰੀਜ਼ ਮਤਲਬ ਇੱਕ ਸੀਕੁਐਂਸ ਹੁੰਦੀ ਹੈ ABCD ਲੈਟਰਸ ਦੀ ਐਂਡ ਜੋ ਕਿ ਇੱਕ ਸਪੈਸੀਫਿਕ ਪੈਟਰਨ ਨੂੰ ਫੋਲੋ ਕਰਦੀ ਹੈ, ਠੀਕ ਹੈ। ਐਗਜ਼ਾਮ ਵਿੱਚ ਤੁਹਾਡਾ ਕੰਮ ਕੀ ਹੋਏਗਾ, ਤੁਸੀਂ ਉਸ ਪੈਟਰਨ ਨੂੰ ਲੱਭਣਾ ਹੋਏਗਾ। ਉਸ ਤੋਂ ਬਾਅਦ ਜਿਹੜਾ ਮਿਸਿੰਗ ਲੈਟਰ ਆ ਉਸ ਦਾ ਜਿਹੜਾ ਤੁਸੀਂ ਪਤਾ ਕਰਨਾ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦੀ ਆ। ਫੋਰ ਐਗਜ਼ਾਮਪਲ ਜਿੱਦਾਂ ਆ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਗਈ ਹੈ ACEG ਦੈਨ ਉਸ ਤੋਂ ਬਾਅਦ ਤੁਸੀਂ ਆਹ ਵਾਲਾ ਕੁਐਸਚਨ ਮਾਰਕ ਹੈ ਨਾ ਇਸ ਦਾ ਤੁਸੀਂ ਪਤਾ ਕਰਨਾ ਹੈ, ਠੀਕ ਹੈ। ਸੋ ਇਸ ਦਾ ਆਨਸਰ I ਹੁੰਦਾ। ਹੁਣ ਮੈਂ ਤੁਹਾਨੂੰ ਆ ਵੀ ਦੱਸਦੀ ਹਾਂ ਕਿ ਇਸ ਦਾ ਆਨਸਰ ਜਿਹੜਾ I ਕਿਸ ਤਰ੍ਹਾਂ ਆਉਂਦਾ। ਦੇਖੋ A ਤੇ B ਦੇ ਵਿੱਚ ਕਿਹੜਾ ਪੈਟਰਨ ਬਣਦਾ ਪਿਆ ਵਾ +2 ਦਾ ਪੈਟਰਨ ਬਣਦਾ ਪਿਆ, ਠੀਕ ਹੈ। ਉਸ ਤੋਂ ਬਾਅਦ C ਤੇ E ਦੇ ਵਿੱਚ ਵੀ +2 ਕੀਤੇ ਆ CDE ਦੈਨ E ਤੋਂ G ਦੇ ਵਿੱਚ ਵੀ +2 ਕੀਤੇ FNG, ਠੀਕ ਹੈ। ਸੋ ਤੁਸੀਂ ਇਹ 'ਚ ਵੀ +2 ਕਰੋਗੇ ਦੈਨ ਤੁਹਾਡੇ ਕੋਲ ਆ ਜਾਏਗਾ ਆਨਸਰ I, ਠੀਕ ਹੈ। ਸੋ ਆਪਣੇ ਰੀਜ਼ਨ ਵੀ ਲਿਖਿਆ ਵਾ A to C ਦੇ ਵਿੱਚ +2 ਦੈਨ +2 ਦੈਨ +2 ਦੈਨ ਆਪਾਂ ਦੁਬਾਰਾ ਤੋਂ ਜਿਹੜਾ ਪੈਟਰਨ ਚੱਲਦਾ ਆਇਆ ਪਿਆ ਵਾ ਉਹੀ ਯੂਜ਼ ਕਰਾਂਗੇ ਦੈਨ ਸਾਡੇ ਕੋਲ ਆਨਸਰ ਆ ਜਾਏਗਾ I ਆਨਸਰ ਆ ਜਾਏਗਾ, ਠੀਕ ਹੈ। ਇਸ ਤਰ੍ਹਾਂ ਕਰਕੇ ਤੁਸੀਂ ਸਾਰਿਆਂ ਦੇ ਵਿੱਚ ਬਸ ਪੈਟਰਨ ਨੂੰ ਲੱਭਣਾ ਹੈ। ਉਸ ਤੋਂ ਬਾਅਦ ਆ ਅਲਫਾਬੈਟ ਦਾ ਪੋਜੀਸ਼ਨ ਟੇਬਲ ਕੀ ਹੁੰਦਾ ਹੈ, ਠੀਕ ਹੈ। ਅਲਫਾਬੈਟ ਦਾ ਪੋਜੀਸ਼ਨ ਟੇਬਲ ਮਤਲਬ ਅਲਫਾਬੈਟ ਦੀ ਪੋਜੀਸ਼ਨਸ ਬਾਰੇ ਤੁਸੀਂ ਪਤਾ ਕਰਨਾ ਵਾ। ਆ ਤੁਸੀਂ ਆਪਣੀ ਨੋਟਬੁੱਕ 'ਤੇ ਹੁਣੇ ਲਿਖ ਲਓ ਕਿ ਇਹਨਾਂ ਸਾਰਿਆਂ ਦੀ ਪੋਜੀਸ਼ਨ ਜਿੱਦਾਂ A ਦੀ 1 B ਦੀ 2 C ਦੀ 3, ਠੀਕ ਹੈ। ਹਾਂ ਮੈਨੂੰ ਪਤਾ ਬਹੁਤ ਈਜ਼ੀ ਲੱਗਦਾ ਪਿਆ ਬਟ ਅੱਗੇ ਜਾ ਕੇ ਤੁਹਾਡੇ ਬਹੁਤ ਜ਼ਿਆਦਾ ਕੰਮ ਆਏਗਾ, ਠੀਕ ਹੈ। ਹਾਂ ਮੈਂ ਸਾਰਿਆਂ ਦੀ ਪੋਜੀਸ਼ਨਸ ਲਿਖੀ ਹੋਈ ਆ ਦੈਨ ਤੁਸੀਂ ਜਿਹੜੀ ਇਹਨਾਂ ਦੀ ਇੱਕ ਵਾਰੀ ਪੋਜੀਸ਼ਨ ਜ਼ਰੂਰ ਆਪਣੀ ਨੋਟਬੁੱਕ 'ਤੇ ਨੋਟ ਕਰਨੀ ਹੈ, ਠੀਕ ਹੈ।
ਹੁਣ ਮੈਂ ਗੱਲ ਕਰਨੀ ਹੈ ਗੋਲਡਨ ਰੂਲ ਦੀ ਇੰਟਰੋਡਕਸ਼ਨ ਬਾਰੇ, ਠੀਕ ਹੈ। ਸੋ ਗੋਲਡਨ ਰੂਲ ਕੀ ਹੈ? ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਸਵਾਲ ਆ ਆਉਂਦਾ ਵਾ ਕਿ ਸਾਨੂੰ ਏ ਦੀ ਜਿੱਦਾਂ ਪੋਜੀਸ਼ਨ 1 ਹੈ ਐਂਡ ਜ਼ੈਡ ਦੀ ਪੋਜੀਸ਼ਨ ਆਪਣੇ ਕੋਲ 26 ਆ, ਤੇ ਸਾਨੂੰ ਸਾਰਿਆਂ ਦੀ ਪੋਜੀਸ਼ਨਸ ਨੂੰ ਯਾਦ ਕਰਨਾ ਪਵੇਗਾ, ਠੀਕ ਹੈ। ਹੁਣ ਤਾਂ ਤੁਹਾਨੂੰ ਸੌਖਾ ਲੱਗਦਾ ਪਿਆ ਵਾ। ਦੈਨ ਤੁਸੀਂ ਇੰਨੇ ਸਾਰੇ ਚੈਪਟਰਸ ਨੂੰ ਕਰੋਗੇ, ਦੈਨ ਤੁਹਾਡੇ ਕੋਲ ਕੋਈ ਪੁੱਛੇਗਾ ਜੇ ਦੀ ਪੋਜੀਸ਼ਨ ਕਿੰਨੀ ਸੀਗੀ, ਐਚ ਦੀ ਕਿੰਨੀ ਸੀ, ਆਈ ਦੀ ਕਿੰਨੀ ਸੀਗੀ, ਪੀ ਦੀ ਕਿੰਨੀ ਸੀਗੀ, ਦੈਨ ਤੁਸੀਂ ਕਿੱਦਾਂ ਸਾਰੀ ਪੋਜੀਸ਼ਨਸ ਨੂੰ ਯਾਦ ਕਰੋਗੇ? ਦੈਨ ਇਹਦਾ ਆਨਸਰ ਹੈ ਨਹੀਂ, ਠੀਕ ਹੈ। ਤੁਹਾਨੂੰ ਆ ਸਾਰੀਆਂ ਦੀ ਪੋਜੀਸ਼ਨਸ ਨੂੰ ਯਾਦ ਬਿਲਕੁਲ ਵੀ ਨਹੀਂ ਕਰਨਾ, ਠੀਕ ਹੈ। ਹੁਣ ਇਹਨਾਂ ਸਾਰੀਆਂ ਪੋਜੀਸ਼ਨਾਂ ਦੇ ਸਵਾਲਾਂ ਨੂੰ ਸੋਲਵ ਕਰਨ ਦੇ ਵਾਸਤੇ ਮੈਂ ਤੁਹਾਨੂੰ ਦਊਂਗੀ ਗੋਲਡਨ ਰੂਲ, ਠੀਕ ਹੈ। ਉਹ ਤੁਸੀਂ ਹੁਣੇ ਨੋਟ ਕਰ ਲਓ। ਸੋ ਆਪਾਂ ਯੂਜ਼ ਕਰਦੇ ਹਾਂ ਜੀ ਆਪਣੇ ਕੋਲ ਗੋਲਡਨ ਰੂਲ। ਗੋਲਡਨ ਰੂਲ ਕੀ ਆ? ਇਹ ਰੂਲਸ ਤੁਹਾਨੂੰ ਕਿਸੇ ਵੀ ਲੈਟਰਸ ਦੀ ਪੋਜੀਸ਼ਨ ਨੂੰ 2 ਸੈਕਿੰਡ ਦੇ ਵਿੱਚ ਜਿਹੜੇ ਆ ਦੱਸ ਦੇਣਗੇ, ਠੀਕ ਹੈ। ਬਸ 2 ਰੂਲ ਆ, 2 ਰੂਲਾਂ ਨੂੰ ਤੁਸੀਂ ਸਹੀ ਤਰ੍ਹਾਂ ਕਰਨਾ ਹੈ, ਠੀਕ ਹੈ। ਸਭ ਤੋਂ ਪਹਿਲਾ ਰੂਲ ਆਪਣੇ ਕੋਲ ਹੁੰਦਾ ਵਾ ਈ ਜੋਟੀ ਰੂਲ, ਠੀਕ ਹੈ। ਸੋ ਆਹ ਰੂਲ ਆਪਣੇ ਤੋਂ ਕੀ ਕਹਿੰਦਾ ਵਾ, ਇਹ 'ਚ ਤੁਸੀਂ ਈ ਜੋਟੀ, ਠੀਕ ਹੈ, ਆ ਤੁਸੀਂ ਪੋਜੀਸ਼ਨਸ ਲਿਖ ਲਓ। ਜਿੱਦਾਂ ਆਪਣੇ ਕੋਲ ਈ ਦੀ ਪੋਜੀਸ਼ਨ 5 ਆ, ਆਪਣੇ ਤੋਂ ਜੇ ਦੀ 10 ਆ, ਓ ਦੀ 15, ਟੀ ਦੀ ਆਪਣੇ ਤੋਂ 20 ਆ ਐਂਡ ਵਾਈ ਦੀ ਆਪਣੇ ਕੋਲ ਕਿੰਨੀ ਆ 25 ਆ, ਠੀਕ ਹੈ। ਇਹਨਾਂ 'ਚ ਤੁਸੀਂ ਈ ਜੋਟੀ ਮਤਲਬ ਈ ਜੇ ਓ ਟੀ ਵਾਈ ਸਾਰਿਆਂ ਦੀ ਪੋਜੀਸ਼ਨਸ ਲਿਖ ਲੈਣਾ, 5 10 15 20 25, ਠੀਕ ਹੈ। ਆ ਕੋਈ ਜ਼ਿਆਦਾ ਔਖਾ ਕੰਮ ਨਹੀਂ ਆ, ਸਿਰਫ ਇਹਨਾਂ 5 ਲੈਟਰਸ ਨੂੰ ਤੁਸੀਂ ਯਾਦ ਰੱਖਣਾ ਵਾ। ਇਹ ਐਲਫਾਬੈਟ ਸੀਰੀਜ਼ ਦੀ ਸਭ ਤੋਂ ਪਾਵਰਫੁਲ ਟ੍ਰਿਕ ਆ। ਹੁਣ ਇਹ ਜਿਹੜੀ ਆ ਤੁਹਾਨੂੰ ਮੈਂ ਟ੍ਰਿਕ ਦਿੱਤੀ ਆ, ਹੁਣ ਇਹਦਾ ਕੰਮ ਕੀ ਆ ਦੇਖੋ। ਅਗਰ ਤੁਸੀਂ ਈ ਜੋਟੀ ਰੂਲ ਨੂੰ ਜਿੱਦਾਂ ਤੁਸੀਂ ਯਾਦ ਕਰਦੇ ਹੋ, ਦੈਨ ਅਗਰ ਤੁਹਾਡੇ ਕੋਲ ਕੱਲ੍ਹ ਨੂੰ ਕੋਈ ਪੁੱਛਦਾ ਵਾ, ਫੋਰ ਐਗਜ਼ਾਮਪਲ ਤੁਹਾਡੇ ਕੋਲ ਪੁੱਛ ਲਈ ਕੇ ਦੀ ਪੋਜੀਸ਼ਨ ਪੁੱਛ ਲਈ, ਅਗਰ ਤੁਹਾਨੂੰ ਜੇ ਦੀ ਪੋਜੀਸ਼ਨ ਯਾਦ ਆ ਕੇ 10 ਆ, ਦੈਨ ਤੁਸੀਂ ਕੇ ਦੀ ਖੁਦ ਬ ਖੁਦ ਜਿਹੜੀ ਆ ਕੱਢ ਸਕਦੇ ਜੇ। ਉਸ ਤੋਂ ਬਾਅਦ ਜਿਵੇਂ ਕਿ ਤੁਹਾਡੇ ਕੋਲ ਉਹਨਾਂ ਨੇ ਐਕਸ ਦੀ ਪੋਜੀਸ਼ਨ ਪੁੱਛ ਲਈ, ਅਗਰ ਤੁਹਾਨੂੰ ਵਾਈ ਦੀ ਪੋਜੀਸ਼ਨ ਯਾਦ ਆ, ਦੈਨ ਤੁਸੀਂ ਐਕਸ ਦੀ ਆਟੋਮੈਟਿਕਲੀ ਕੱਢ ਸਕਦੇ ਜੇ। ਅਗਰ ਉਹਨਾਂ ਨੇ ਪੀ ਦੀ ਪੁੱਛ ਲਈ, ਤੁਹਾਨੂੰ ਓ ਦੀ ਯਾਦ ਹੋਏਗੀ, ਠੀਕ ਹੈ। ਤੁਸੀਂ ਮਤਲਬ ਕੋਈ ਵੀ ਪੋਜੀਸ਼ਨ ਪੁੱਛ ਲਈ, ਬਸ ਤੁਸੀਂ ਆਹ ਰੂਲ ਲਗਾਉਣਾ ਵਾ, ਬਾਕੀ ਦੇ ਲੈਟਰਸ ਜਿਹੜੇ ਆ ਅੱਗੇ ਪਿੱਛੇ ਲਾਗੇ ਹੀ ਹੋਣਗੇ, ਠੀਕ ਹੈ। ਉਹ ਤੁਸੀਂ ਆਰਾਮ ਦੇ ਨਾਲ ਲੱਭ ਸਕਦੇ ਜੇ। ਤੁਹਾਨੂੰ ਅਗਰ ਇਸ ਤਰ੍ਹਾਂ ਨਹੀਂ ਸਮਝ ਆਇਆ, ਦੈਨ ਆਪਾਂ ਕਰਾਂਗੇ ਕਿ ਐਗਜ਼ਾਮਪਲ ਮੈਂ ਤੁਹਾਨੂੰ ਸੋਲਵ ਕਰਵਾਉਣੀ ਆ। ਜਿਸ ਤਰ੍ਹਾਂ ਕਿ ਉਹਨਾਂ ਨੇ ਤੁਹਾਡੇ ਕੋਲ ਆਰ ਦੀ ਪੋਜੀਸ਼ਨ ਜਿਹੜੀ ਆ ਪੁੱਛੀ ਆ ਇਸ ਕੁਐਸਚਨ ਦੇ ਵਿੱਚ। ਸੋ ਅਗਰ ਤੁਹਾਨੂੰ ਜਿਹੜੀ ਆ ਟੀ ਦੀ ਪੋਜੀਸ਼ਨ ਚੇਤਾ ਵਾ, ਦੈਨ ਆਰ ਟੀ ਤੋਂ 2 ਨੰਬਰ ਜਿਹੜਾ ਵਾ ਪਹਿਲਾਂ ਹੁੰਦਾ ਵਾ। ਸੋ ਫਿਰ ਜਿਸ ਤਰ੍ਹਾਂ ਕਿ ਟੀ ਦੀ ਪੋਜੀਸ਼ਨ ਤੁਸੀਂ 20 ਯਾਦ ਕੀਤੀ ਹੋਗੀ, ਦੈਨ ਤੁਹਾਨੂੰ ਚੇਤਾ ਵਾ ਕਿ ਆਰ ਟੀ ਤੋਂ 2 ਨੰਬਰ ਪਹਿਲਾਂ ਹੁੰਦਾ ਵਾ, ਦੈਨ ਤੁਸੀਂ ਉੱਤੇ 2 ਮਾਈਨਸ ਕਰ ਦੋਗੇ, ਦੈਨ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ 18 ਆ ਜਾਏਗਾ, ਠੀਕ ਹੈ। ਸੋ 18 ਤੁਹਾਡੇ ਕੋਲ ਆਰ ਦੀ ਪੋਜੀਸ਼ਨ ਜਿਹੜੀ ਆ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਅਗਰ ਇੱਕ ਨਹੀਂ ਸਮਝ ਆਈ, ਦੈਨ ਇੱਕ ਸੈਕਿੰਡ ਐਗਜ਼ਾਮਪਲ ਕਰਦੇ ਹਾਂ। ਫੋਰ ਐਗਜ਼ਾਮਪਲ ਉਹਨਾਂ ਨੇ ਤੁਹਾਡੇ ਕੋਲ ਐਸ ਦੀ ਪੋਜੀਸ਼ਨ ਪੁੱਛੀ ਹੈ, ਠੀਕ ਹੈ। ਹੁਣ ਐਸ ਟੀ ਯੂ ਵੀ ਤੁਹਾਨੂੰ ਪਤਾ ਵਾ ਕਿ ਜਿਹੜਾ ਐਸ ਆ ਉਹ ਟੀ ਤੋਂ 1 ਨੰਬਰ ਪਹਿਲਾਂ ਆਉਂਦਾ, ਦੈਨ ਤੁਸੀਂ 1 ਮਾਈਨਸ ਕਰ ਦੋਗੇ, ਤੁਹਾਡੇ ਕੋਲ ਐਸ ਦੀ ਪੋਜੀਸ਼ਨ ਕਿੰਨੀ ਆ ਜਾਏਗੀ 19 ਆ ਜਾਏਗੀ। ਸੋ ਇਸ ਤਰ੍ਹਾਂ ਤੁਸੀਂ ਡਬਲਿਊ ਦੀ, ਵਾਈ ਦੀ ਦੇਖੋ। ਹੁਣ ਤੁਹਾਨੂੰ ਅਗਰ ਉਹਨਾਂ ਨੇ ਡਬਲਿਊ ਦੀ ਪੁੱਛੀ ਆ, ਇੱਕ ਹੋਰ ਐਗਜ਼ਾਮਪਲ ਆ, ਦੈਨ ਤੁਹਾਨੂੰ ਵਾਈ ਦੀ ਯਾਦ ਹੈ ਕਿ ਕੀ ਹੈ 25 ਆ, ਦੈਨ ਤੁਸੀਂ 25 ਦੇ ਵਿੱਚ 2 ਤੁਹਾਨੂੰ ਪਤਾ ਡਬਲਿਊ ਐਕਸ ਵਾਈ 2 ਨੰਬਰ ਪਹਿਲਾਂ ਹੁੰਦਾ, ਦੈਨ ਆਪਣੇ ਕੋਲ ਵਾਈ ਦੀ ਆ ਜਾਏਗੀ 23 ਆ ਜਾਏਗੀ, ਉਹਦੇ ਵਿੱਚੋਂ 2 ਮਾਈਨਸ ਕਰਕੇ। ਸੋ ਇੱਕ ਬਹੁਤ ਸੌਖਾ ਤਰੀਕਾ ਵਾ ਸਾਰਿਆਂ ਦੀ ਪੋਜੀਸ਼ਨਸ ਨੂੰ ਕੱਢਣ ਦਾ, ਠੀਕ ਹੈ। ਸੋ ਤੁਸੀਂ ਇਹਨੂੰ ਯਾਦ ਕਰਨਾ ਵਾ। ਈ ਜੋਟੀ ਦੇ ਨਾਲ ਤੁਸੀਂ ਜਿਹੜੀ ਸਾਰੀ ਦੀ ਸਾਰੀ ਪੋਜੀਸ਼ਨਸ ਆ ਉਹਨੂੰ ਤੁਸੀਂ 2 ਸੈਕਿੰਡ ਦੇ ਵਿੱਚ ਤੁਸੀਂ ਕੱਢ ਸਕਦੇ ਜੇ, ਠੀਕ ਹੈ। ਸੋ ਕੁਐਸਚਨਸ ਨੂੰ ਕਰਨ ਤੋਂ ਪਹਿਲਾਂ ਤੁਸੀਂ ਆ ਫਸਟ ਰੂਲ ਆ ਇਹਨੂੰ ਤੁਸੀਂ ਸਹੀ ਤਰ੍ਹਾਂ ਯਾਦ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਸੈਕਿੰਡ ਰੂਲ ਹੁੰਦਾ ਵਾ ਡੈਟ ਇਜ਼ BGLQV ਰੂਲ, ਠੀਕ ਹੈ। ਹੁਣ ਆਪਣੇ ਕੋਲ ਆ ਐਜ਼ ਅ ਬੋਨਸ ਰੂਲ ਆ ਕਾਫੀ ਸਾਰੇ ਟੀਚਰਸ ਜਿਹੜੇ ਦੱਸਦੇ ਨਹੀਂ, ਬਟ ਮੈਂ ਤੁਹਾਨੂੰ ਦੱਸ ਦਿੰਦੀ ਆ ਰੂਲ ਆਪਣੇ ਤੋਂ ਕੀ ਕਹਿੰਦਾ ਵਾ। ਇਹ 'ਚ ਤੁਸੀਂ ਬੀ ਦੀ, ਜੀ ਦੀ, ਐਲ ਦੀ, ਕਿਊ ਦੀ ਐਂਡ ਵੀ ਦੀ ਤੁਸੀਂ 5 ਲੈਟਰਸ ਆ ਇਹਨਾਂ ਦੀ ਪੋਜੀਸ਼ਨ ਤੁਸੀਂ ਯਾਦ ਕਰ ਲੈਣੀ, ਠੀਕ ਹੈ। ਫੋਰ ਐਗਜ਼ਾਮਪਲ ਇਹ ਰੂਲ ਈ ਜੋਟੀ ਦੇ ਵਿਚਕਾਰ ਆਉਣ ਵਾਲੇ ਲੈਟਰਸ ਲਈ ਬਹੁਤ ਯੂਜ਼ਫੁਲ ਹੈ, ਠੀਕ ਹੈ। ਜਿਸ ਤਰ੍ਹਾਂ ਕਿ ਉੱਥੇ ਤੁਸੀਂ 5 10 15 20 ਦੀ ਯਾਦ ਕਰ ਲਈ, ਐਜ਼ ਉਹ ਸੌਖੀ ਆ, ਠੀਕ ਹੈ। ਬਟ ਤੁਸੀਂ ਅਗਰ ਇਹਨੂੰ ਵੀ ਯਾਦ ਕਰਕੇ ਜਾਂਦੇ ਹੋ, ਦੈਨ ਤੁਹਾਡੇ ਵਾਸਤੇ ਐਲਫਾਬੈਟ ਸੀਰੀਜ਼ ਦੇ ਕੁਐਸਚਨ ਡਬਲ ਈਜ਼ੀ ਹੋ ਜਾਣਗੇ, ਠੀਕ ਹੈ। ਸੋ ਉਹਨਾਂ ਨੇ ਤੁਹਾਡੇ ਕੋਲ ਕੋਈ ਵੀ ਫੋਰ ਐਗਜ਼ਾਮਪਲ ਆਪਾਂ ਇਹਦੀ ਵੀ ਐਗਜ਼ਾਮਪਲ ਕਰਾਂਗੇ। ਸੋ ਆ ਜਿਹੜੇ ਆ ਅਗਰ ਈ ਜੋਟੀ ਦੇ ਨਾਲ ਤੁਹਾਡੇ ਕੋਲ ਨਹੀਂ ਨਿਕਲਦੀ ਪਈ ਪੋਜੀਸ਼ਨ, ਦੈਨ ਤੁਸੀਂ ਆ ਯੂਜ਼ ਕਰ ਲਿਓ, ਠੀਕ ਹੈ। ਸੋ ਹੁਣ ਤੁਹਾਨੂੰ ਕੀ ਆ ਕਿ ਤੁਹਾਨੂੰ ਹੁਣ A to Z 26 ਲੈਟਰਸ ਦੀ ਪੋਜੀਸ਼ਨਸ ਨੂੰ ਯਾਦ ਨਹੀਂ ਕਰਨਾ ਹੈਗਾ, ਤੁਹਾਨੂੰ ਬਸ ਜਿਹੜੇ 10 ਪੋਜੀਸ਼ਨਸ ਯਾਦ ਕਰਨੀਆਂ। ਈ ਜੋਟੀ ਤੋਂ ਬਹੁਤ ਸੌਖਾ 5 10 15 20 ਕਰਕੇ ਕਰ ਲੋਗੇ, ਐਂਡ ਦੈਨ BGLQV ਅਗਰ ਤੁਸੀਂ ਬਸ ਆ 10 ਲੈਟਰਸ ਦੀ ਪੋਜੀਸ਼ਨਸ ਨੂੰ ਯਾਦ ਕਰ ਲੋਗੇ, ਤੁਸੀਂ ਐਲਫਾਬੈਟ ਸੀਰੀਜ਼ ਨੂੰ ਮਾਸਟਰ ਕਰ ਸਕਦੇ ਜੇ, ਠੀਕ ਹੈ। ਸੋ ਇਹਨਾਂ ਦੋਵਾਂ ਨੂੰ ਤੁਸੀਂ ਯਾਦ ਕਰ ਲਿਓ, ਠੀਕ ਹੈ।
ਉਸ ਤੋਂ ਬਾਅਦ ਆਪਾਂ ਇਹਦੀ ਐਗਜ਼ਾਮਪਲ ਕੱਢਦੇ ਹਾਂ। ਫੋਰ ਐਗਜ਼ਾਮਪਲ ਉਹਨਾਂ ਨੇ ਸਾਡੇ ਤੋਂ ਕੀ ਦੀ ਪੋਜੀਸ਼ਨ ਪੁੱਛ ਲਈ। ਸੋ ਅਗਰ ਤੁਹਾਨੂੰ ਐਲ ਦੀ ਪੋਜੀਸ਼ਨ ਪਤਾ ਹੋਏਗੀ, ਬੀ ਕਿਊ ਐਲ ਕੇ ਵੀ ਤੁਹਾਨੂੰ ਪਤਾ ਕਿ ਕੇ ਐਲ ਤੋਂ ਇੱਕ ਨੰਬਰ ਪਹਿਲਾਂ ਹੁੰਦਾ, ਦੈਨ ਤੁਸੀਂ ਇੱਕ ਮਾਈਨਸ ਕਰ ਦੋਗੇ, ਓਬਵੀਅਸਲੀ 11 ਆਨਸਰ ਆਰਾਮ ਦੇ ਨਾਲ ਨਿਕਲ ਜਾਏਗਾ। ਠੀਕ ਹੈ। ਐਂਡ ਦੈਨ ਸੈਕਿੰਡ ਐਗਜ਼ਾਮਪਲ ਦੇ ਵਿੱਚ ਉਹਨਾਂ ਨੇ ਪੀ ਦੀ ਪੁੱਛ ਲਈ, ਤੁਹਾਨੂੰ ਕਿਊ ਦੀ ਪਤਾ ਵਾ, ਦੈਨ ਤੁਸੀਂ ਇੱਕ ਮਾਈਨਸ ਕੀਤਾ, ਦੈਨ ਤੁਹਾਡੇ ਕੋਲ 16 ਆਨਸਰ ਆ ਜਾਏਗਾ। ਸੋ ਮੈਂ ਤੁਹਾਨੂੰ ਜਿਹੜੀ ਇੱਕ ਇੱਕ ਐਗਜ਼ਾਮਪਲ ਵੀ ਕਰਵਾਉਂਦੀ ਪਈ ਹਾਂ, ਤੁਸੀਂ ਆਪਣੀ ਨੋਟਬੁੱਕ 'ਤੇ ਨੋਟ ਕਰਨੀ ਹੈ। ਠੀਕ ਹੈ। ਹੁਣ ਈਜ਼ੀ ਲੱਗਦਾ ਪਿਆ ਬਿਕੋਜ਼ ਮੈਂ ਕਰਵਾਉਂਦੀ ਪਈ ਹਾਂ, ਬਟ ਜਦੋਂ ਤੁਹਾਡੇ ਸਾਹਮਣੇ ਕੁਐਸਚਨਸ ਹੋਣਗੇ ਓਨਾ ਹੀ ਡਿਫੀਕਲਟ ਹੋ ਜਾਏਗਾ। ਠੀਕ ਹੈ। ਬਿਕੋਜ਼ ਉਦੋਂ ਤੁਸੀਂ ਸਟਰੈਸ ਦੇ ਵਿੱਚ ਹੋਗੇ, ਇੰਨੀਆਂ ਸਾਰੀਆਂ ਪੋਜੀਸ਼ਨਸ ਯਾਦ ਨਹੀਂ ਹੋਣਗੀਆਂ, ਹੋਰ ਵੀ ਬਹੁਤ ਸਾਰੇ ਰੂਲ ਆ ਜਾਣਗੇ। ਸੋ ਪਲੀਜ਼ ਸਟਾਰਟਿੰਗ ਤੋਂ ਹੀ ਸੀਰੀਅਸਲੀ ਆਪਣਾ ਯਾਦ ਕਰਨਾ ਸ਼ੁਰੂ ਕਰੋ। ਓਕੇ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ, ਅਗਰ ਤੁਸੀਂ ਆ ਦੋਵਾਂ ਨੂੰ ਯਾਦ ਕਰ ਲੋਗੇ ਦੈਨ ਓਬਵੀਅਸਲੀ ਤੁਹਾਨੂੰ ਮੈਕਸੀਮਮ 2 ਤੋਂ 3 ਸੈਕਿੰਡ ਜਿਹੜੇ ਆ ਲੱਗਿਆ ਕਰਨੇ ਆ ਐਲਫਾਬੈਟ ਸੀਰੀਜ਼ ਨੂੰ ਕਰਨ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਹੈ ਟ੍ਰਿਕ ਦੱਸਣ ਲੱਗੀ ਹਾਂ, ਸੋ ਪਲੀਜ਼ ਧਿਆਨ ਦੇ ਨਾਲ ਸੁਣਿਓ। ਆਪਣੇ ਹੈਡਫੋਨਸ ਤੁਸੀਂ ਉਮੀਦ ਆ ਲਗਾ ਲਏ ਹੋਗੇ ਬਿਕੋਜ਼ ਇਟਸ ਅ ਵੈਰੀ ਇੰਪੋਰਟੈਂਟ ਕਲਾਸ। ਰਿਵਰਸ ਪੋਜੀਸ਼ਨ ਟ੍ਰਿਕ। ਠੀਕ ਹੈ। ਹੁਣ ਰਿਵਰਸ ਪੋਜੀਸ਼ਨ ਟ੍ਰਿਕ ਸਾਨੂੰ ਕੀ ਕਹਿੰਦੀ ਆ, ਬਹੁਤ ਸਾਰੇ ਪੇਪਰਾਂ ਦੇ ਵਿੱਚ ਆ ਪੁੱਛਿਆ ਗਿਆ ਵਾ ਕਿ ਜਿੱਦਾਂ ਜ਼ੈਡ ਨੂੰ ਕੀ ਮੰਨਿਆ ਗਿਆ ਵਾ 1, ਮਤਲਬ ਉਹਨਾਂ ਨੇ ਰਿਵਰਸ ਪੋਜੀਸ਼ਨ ਪੁੱਛੀ ਆ। ਠੀਕ ਹੈ। ਜਿੱਦਾਂ ਜ਼ੈਡ ਦੀ ਸਾਡੇ ਕੋਲ ਕਿੰਨੀ ਹੁੰਦੀ ਹੈ 26 ਹੁੰਦੀ ਹੈ, ਸੋ ਇਹਦਾ ਰਿਵਰਸ ਕੀ ਆ ਜਾਏਗਾ 1 ਆ ਜਾਏਗਾ। ਵਾਈ ਦੀ ਆਪਣੇ ਕੋਲ 25 ਹੁੰਦੀ, ਸੋ ਇਹਦਾ ਰਿਵਰਸ ਆ ਜਾਏਗਾ 2 ਆ ਜਾਏਗਾ। ਇਸ ਤਰ੍ਹਾਂ ਐਕਸ ਦਾ ਆ ਜਾਏਗਾ 26 ਆ ਜਾਏਗਾ। ਆਪਣੇ ਤੋਂ ਏ ਦੀ 1 ਹੁੰਦੀ ਆ, ਦੈਨ ਇਹਦਾ ਰਿਵਰਸ ਆ ਜਾਏਗਾ ਆਪਣੇ ਤੋਂ 26 ਆ ਜਾਏਗਾ। ਠੀਕ ਹੈ। ਸੋ ਇਸ ਦਾ ਆਪਣੇ ਤੋਂ ਗੋਲਡਨ ਫਾਰਮੂਲਾ ਕੀ ਆ, ਅਗਰ ਤੁਹਾਨੂੰ ਉਹਨਾਂ ਨੇ ਰਿਵਰਸ ਪੋਜੀਸ਼ਨ ਪੁੱਛ ਲਈ ਦੈਨ ਤੁਸੀਂ 27 ਦੇ ਵਿੱਚੋਂ ਉਹਦੀ ਨੋਰਮਲ ਪੋਜੀਸ਼ਨ ਨੂੰ ਮਾਈਨਸ ਕਰ ਦੇਣਾ ਵਾ। ਠੀਕ ਹੈ। ਮੈਂ ਤੁਹਾਨੂੰ ਸਮਝਾਉਂਦੀ ਹਾਂ। ਰਿਮੈਂਬਰ ਦਿਸ ਫਾਰਮੂਲਾ ਕੇਅਰਫੁਲੀ। ਆ ਤੁਸੀਂ ਫਾਰਮੂਲਾ ਵਾ ਤੁਸੀਂ ਇਹਨੂੰ ਯਾਦ ਕਰ ਲੈਣਾ, 27 ਮਾਈਨਸ ਨੋਰਮਲ ਪੋਜੀਸ਼ਨ। ਠੀਕ ਹੈ। ਸੋ ਕੀ ਹੈ, ਰਿਮੈਂਬਰ ਦਿਸ ਫਾਰਮੂਲਾ ਵੈਰੀ ਕੇਅਰਫੁਲੀ। ਜਿੱਦਾਂ ਐਗਜ਼ਾਮਪਲ 1 ਆ, ਸਾਡੀ ਆਪਣੇ ਕੋਲ ਕਿੰਨੀ ਪੋਜੀਸ਼ਨ ਆ, ਜਿੱਦਾਂ ਉਹਨਾਂ ਨੇ ਏ ਦੀ 1 ਆ, ਦੈਨ ਇਹਦੀ ਰਿਵਰਸ ਪੋਜੀਸ਼ਨ ਕੀ ਹੋਗੀ, ਤੁਸੀਂ 27 ਦੇ ਵਿੱਚ ਇੱਕ ਮਾਈਨਸ ਕਰਤਾ, ਇਹਦੀ ਰਿਵਰਸ ਪੋਜੀਸ਼ਨ ਕਿੰਨੀ ਆ ਗਈ ਆਪਣੇ ਤੋਂ 26 ਆ ਗਈ। ਠੀਕ ਹੈ। ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਸੈਕਿੰਡ ਦਿੰਦੀ ਹਾਂ। ਉਹਨਾਂ ਨੇ ਕਿਹਾ ਕਿ ਤੁਸੀਂ ਬੀ ਦੀ ਜਿਹੜੀ ਆ ਰਿਵਰਸ ਪੋਜੀਸ਼ਨ ਉਹ ਕੱਢਣੀ ਆ। ਸੋ ਬੀ ਦੀ ਨੋਰਮਲ ਪੋਜੀਸ਼ਨ ਕਿੰਨੀ ਆ 2 ਆ, ਤੁਸੀਂ 27 ਦੇ ਵਿੱਚ 2 ਨੂੰ ਮਾਈਨਸ ਕਰਤੇ, ਇਹਦੀ ਰਿਵਰਸ ਪੋਜੀਸ਼ਨ ਕਿੰਨੀ ਆ ਗਈ 25 ਆ ਗਈ। ਠੀਕ ਹੈ। ਸੋ ਬੀ ਦੀ ਆਪਣੇ ਤੋਂ 25 ਪੋਜੀਸ਼ਨ ਆ ਗਈ। ਸੋ ਆ ਇੱਕ ਬਹੁਤ ਜ਼ਿਆਦਾ ਜ਼ਰੂਰੀ ਐਗਜ਼ਾਮ ਟ੍ਰਿਕ ਆ, ਅਗਰ ਤੁਸੀਂ ਇਹਨੂੰ ਯਾਦ ਕਰ ਲੈਂਦੇ ਹੋ ਸਹੀ ਤਰ੍ਹਾਂ ਤਾਂ। ਠੀਕ ਹੈ। ਮੈਨੂੰ ਉਮੀਦ ਹੈ ਤੁਸੀਂ ਕਰ ਲੋਗੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਟਾਈਪਸ ਆਫ ਪੈਟਰਨਸ। ਡੈਟ ਇਜ਼ ਵੈਰੀ ਇੰਪੋਰਟੈਂਟ ਕਿ ਕਿੰਨੇ ਤਰ੍ਹਾਂ ਦੇ ਪੈਟਰਨਸ ਹੁੰਦੇ ਆ, ਕਿੰਨੇ ਤਰ੍ਹਾਂ ਦੇ ਤੁਹਾਨੂੰ ਕੁਐਸਚਨਸ ਜਿਹੜੇ ਆ ਸਕਦੇ ਆ। ਸੋ ਅਗਰ ਆਪਾਂ ਗੱਲ ਕਰੀਏ ਟਾਈਪਸ ਆਫ ਪੈਟਰਨਸ ਦੀ, ਦੈਨ ਐਲਫਾਬੈਟ ਸੀਰੀਜ਼ ਕੁਐਸਚਨਸ ਦੇ ਵਿੱਚ ਮੋਸਟਲੀ 4 ਤਰ੍ਹਾਂ ਦੇ ਪੈਟਰਨਸ ਹੁੰਦੇ ਆ। ਠੀਕ ਹੈ। ਸੋ ਆ 4 ਤਰ੍ਹਾਂ ਦੇ ਪੈਟਰਨਸ ਨੂੰ ਤੁਸੀਂ ਹੁਣੇ ਨੋਟਸ ਬਣਾਉਣਾ ਸ਼ੁਰੂ ਕਰ ਦਿਓ। ਠੀਕ ਹੈ। ਸੋ ਅਗਰ ਨਹੀਂ ਬਣਾਉਣੇ ਦੈਨ ਟੈਲੀਗ੍ਰਾਮ ਦੇ ਉੱਤੇ ਮਿਲ ਜਾਣਗੇ, ਉਹ ਵੀ ਕੋਈ ਟੈਨਸ਼ਨ ਨਹੀਂ ਹੈਗੀ। ਸੋ ਟਾਈਪ 1 ਪੈਟਰਨ ਕਿਹੜਾ ਆ ਜਾਂਦਾ ਆਪਣੇ ਤੋਂ, ਸਿੰਪਲ ਪੈਟਰਨ ਆ ਜਾਂਦਾ ਵਾ। ਦੈਨ ਆਪਣੇ ਤੋਂ ਟਾਈਪ 2 ਕੀ ਆ, ਇਨਕਰੀਜ਼ਿੰਗ ਗੈਪ ਪੈਟਰਨ ਆ ਜਾਂਦਾ ਵਾ। ਦੈਨ ਆਪਣੇ ਤੋਂ ਟਾਈਪ 3 ਆ ਜਾਂਦਾ ਵਾ, ਓਡ ਜਾਂ ਈਵਨ। ਇੱਕ ਮਿੰਟ, ਟਾਈਪ 3 ਦੇ ਵਿੱਚ ਕੀ ਆ ਜਾਂਦਾ ਆਪਣੇ ਤੋਂ ਓਡ ਤੇ ਈਵਨ ਜਿਹੜਾ ਆਪਣੇ ਤੋਂ ਪੈਟਰਨ ਆ ਜਾਂਦਾ ਵਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟਾਈਪ 4 ਦੀ, ਦੈਨ ਆਪਣੇ ਕੋਲ ਆ ਜਾਂਦਾ ਵਾ ਐਡਵਾਂਸਡ ਮਿਕਸਡ ਪੈਟਰਨਸ। ਠੀਕ ਹੈ। ਆ ਤੁਸੀਂ ਜਿਹੜੇ ਇਸ ਤਰ੍ਹਾਂ ਹੀ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨੀ, ਆਪਾਂ ਪੈਟਰਨਸ ਨੂੰ ਇੱਕ ਇੱਕ ਕਰਕੇ ਸਾਰੇ ਸਮਝਾਂਗੇ। ਠੀਕ ਹੈ। ਲੈਟਸ ਸਭ ਤੋਂ ਪਹਿਲੇ ਪੈਟਰਨ ਦੀ ਗੱਲ ਕਰੀਏ, ਜਿਹੜੀ ਸਿੰਪਲ ਪੈਟਰਨ। ਸੋ ਇਹਦੀ ਡੈਫੀਨੇਸ਼ਨ ਰਾਜੇ ਕੀ ਆ, ਲੈਟਰਸ ਇਨਕਰੀਜ਼ ਔਰ ਡਿਕਰੀਜ਼ ਬਾਏ ਅ ਫਿਕਸਡ ਵੈਲਿਊ। ਜਿਹੜੇ ਲੈਟਰਸ ਇਨਕਰੀਜ਼ ਹੁੰਦੇ ਆ ਤੇ ਡਿਕਰੀਜ਼ ਵੀ ਹੁੰਦੇ ਆ, ਉਹ ਇੱਕ ਉਹਨਾਂ ਦੀ ਇੱਕ ਫਿਕਸਡ ਵੈਲਿਊ ਹੁੰਦੀ ਹੈ, ਡਿਕਰੀਜ਼ ਹੋਣ ਦੀ ਜਾਂ ਇਨਕਰੀਜ਼ ਹੋਣ ਦੀ। ਠੀਕ ਹੈ। ਡੈਫੀਨੇਸ਼ਨ ਨੂੰ ਜ਼ਰੂਰ ਨੋਟ ਕਰਿਓ। ਫੋਰ ਐਗਜ਼ਾਮਪਲ ਤਾਂ ਤੁਹਾਨੂੰ ਜਿਹੜਾ ਸਮਝ ਆਏਗਾ, ਐਗਜ਼ਾਮਪਲ ਉਹਨਾਂ ਦਾ ਦਿੱਤੀ ਆ ACEG। ਠੀਕ ਹੈ। ਆਪਾਂ ਐਗਜ਼ਾਮਪਲ ਜਿਹੜੀ ਆ ਪਹਿਲਾਂ ਵੀ ਕੀਤੀ ਹੈ। ਠੀਕ ਹੈ। ਸੋ ਇਹਨਾਂ ਦੀ ਪੋਜੀਸ਼ਨਸ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਕੀ ਆ, ਏ ਦੀ ਪੋਜੀਸ਼ਨ ਕਿੰਨੀ ਆ 1 ਆ, ਸੀ ਦੀ 3 ਆ, ਈ ਦੀ 5 ਆ, ਜੀ ਦੀ 7 ਆ। ਠੀਕ ਹੈ। ਤਾਂ ਕਰਕੇ ਪੋਜੀਸ਼ਨਸ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ। ਦੇਖੋ ਹੁਣ ਪੋਜੀਸ਼ਨਸ ਤੇ ਆਪਾਂ ਜਿਹੜੇ ਸਵਾਲ ਕਰਦੇ ਪਏ ਹਾਂ। ਠੀਕ ਹੈ। ਸੋ ਡਿਫਰੈਂਸ ਕਿੰਨਾ ਹੁੰਦਾ ਪਿਆ ਵਾ +2 ਦਾ। ਠੀਕ ਹੈ। ਇਹਦੇ ਵਿੱਚ ਵੀ +2, ਇਹਦੇ ਵਿੱਚ ਵੀ +2 ਐਂਡ ਇਹਦੇ ਵਿੱਚ ਵੀ +2 ਦਾ ਆਉਂਦਾ ਪਿਆ ਵਾ। ਸੋ ਆਪਣੇ ਤੋਂ ਨੈਕਸਟ ਲੈਟਰ ਕੀ ਹੋ ਜਾਏਗਾ, ਆਈ ਹੋ ਜਾਏਗਾ ਅਗਰ ਆਪਾਂ +2 ਕਰਾਂਗੇ। ਠੀਕ ਹੈ। ਸੋ ਇੱਦਾਂ ਕਰਕੇ ਜਿਹੜੇ ਲੈਟਰਸ ਜਿਹੜੇ ਆ ਕੀ ਹੁੰਦੇ ਪਏ, ਇਨਕਰੀਜ਼ ਹੁੰਦੇ ਪਏ ਆ। ਇੱਕ ਫਿਕਸਡ ਵੈਲਿਊ ਕੀ ਆ ਆਪਣੀ, ਇਹਨਾਂ ਦੀ +2 ਜਿਹੜੀ ਆਪਣੇ
अपने को इन्हां दी फिक्स्ड वैल्यू आ कि आप +2 एंड +2 ही होना वा, +3 नहीं होएगा, +4 नहीं होएगा, +5 नहीं होएगा। ठीक है, सो जिथे पिछे भी +2 होंडा देन आप एक बारी होर +2 कीता देन अपने तो आंसर आ गया आई। सो इन्हां नूं आपां कहने आ जी सिंपल। ठीक है, ਜਿਹੜੇ ਸਿੰਪਲ ਪੈਟਰਨ ਦੇ ਕੁਐਸਚਨਸ ਆਉਂਦੇ ਆ। ਠੀਕ ਹੈ, ਹੁਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਸੋ ਰਾਜੇ ਹੁਣ ਆਪਾਂ ਕਰਨੇ ਆ ਇਹਦੀ ਇੱਕ ਹੋਰ ਐਗਜ਼ਾਮਪਲ ਕਰਨੇ ਆ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਦਿੱਤੀ ਗਈ ਆ BEHK। ਠੀਕ ਹੈ, ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਇਹਨਾਂ ਦੀ ਪੋਜੀਸ਼ਨਸ ਦੇਖ ਲੈਣੀ ਆ। B ਦੀ ਪੋਜੀਸ਼ਨ ਕਿੰਨੀ ਹੁੰਦੀ ਆ 5 ਹੁੰਦੀ ਆ, E ਦੀ 5 ਆ ਗਈ, H ਦੀ 8 ਆ ਗਈ, K ਦੀ 11 ਆ ਗਈ। ਸੋ ਹੁਣ ਆਪਾਂ ਜਿਹੜੀ ਆ ਇਹਨੂੰ ਜਿਹੜਾ ਵਾ ਫਾਈਂਡ ਕਰਨਾ ਵਾ। ਦੇਖੋ ਹੁਣ ਇਹ 'ਚ ਕੀ ਹੈ, ਸਭ ਤੋਂ ਪਹਿਲਾਂ 2 ਹੀ, ਦੈਨ ਆ ਗਿਆ 5 ਆ ਗਿਆ, 3 4 5, ਦੈਨ ਉਸ ਤੋਂ ਬਾਅਦ ਕਿੰਨਾ ਆ ਗਿਆ 6 7 8। ਇਹ 'ਚ ਕੀ ਹੁੰਦਾ ਪਿਆ ਆਪਣੇ ਤੋਂ +3 ਹੁੰਦਾ ਪਿਆ ਵਾ। ਠੀਕ ਹੈ, ਸੋ ਆਪਾਂ ਇੱਥੇ ਵੀ +3 ਕੀਤਾ, ਦੈਨ ਅਗਰ ਆਪਾਂ ਦੇਖੀਏ ਤਾਂ +3 ਹੁੰਦਾ ਪਿਆ ਵਾ। ਸੋ ਆਪਾਂ 11 ਦੇ ਵਿੱਚ 3 ਨੂੰ ਪਲੱਸ ਕੀਤਾ ਤਾਂ ਆਪਣੇ ਕੋ ਆ ਗਿਆ 14। ਹੁਣ 14ਵੇਂ ਨੰਬਰ ਤੇ ਕਿਹਦੀ ਪੋਜੀਸ਼ਨ ਹੁੰਦੀ ਆ, ਸੋ ਆਪਣੇ ਤੋਂ ਆਂਸਰ ਆ ਜਾਊਗਾ N ਆ ਜਾਏਗਾ। ਠੀਕ ਹੈ, ਸੋ ਇਸੇ ਤਰ੍ਹਾਂ ਜਿਹੜੇ ਆ ਤੁਸੀਂ ਕੁਐਸਚਨਸ ਨੂੰ ਸੋਲਵ ਕਰਨਾ, ਪੈਟਰਨ ਫਾਈਂਡ ਕਰਨਾ ਮੇਨਲੀ। ਆਪਾਂ ਇੱਕ ਤੀਸਰੀ ਐਗਜ਼ਾਮਪਲ, ਠੀਕ ਹੈ, ਤੁਹਾਡੇ ਵਾਸਤੇ ਬਹੁਤ ਮਿਹਨਤ ਕਰਕੇ ਮੈਂ ਨੋਟਸ ਬਣਾਏ ਆ। ਸੋ ਤੁਹਾਡੇ ਵਾਸਤੇ ਜਿਹੜੀ ਇੱਕ ਹੋਰ ਜਿਹੜੀ ਤੁਹਾਡੇ ਵਾਸਤੇ ਐਗਜ਼ਾਮਪਲ ਆ, ਇਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ Z ਆ, ਦੈਨ X ਆ, ਦੈਨ V ਆ, ਦੈਨ T ਆ। ਸੋ ਇਹਦੇ ਵਿੱਚ ਜਿਸ ਤਰ੍ਹਾਂ ਕਿ ਮਾਈਨਸ ਹੁੰਦਾ ਪਿਆ, Z ਦੀ ਪੋਜੀਸ਼ਨ ਕਿੰਨੀ ਆਏਗੀ 26 ਆ, X ਦੀ ਕਿੰਨੀ 24, ਦੈਨ ਇਹਦੀ ਆ ਵਾ, ਇਹਦੀ ਆ ਜਿਹੜੀ ਆ ਪੋਜੀਸ਼ਨ। ਸਭ ਤੋਂ ਪਹਿਲਾਂ ਤੁਸੀਂ ਆਪਣੀ ਇੱਕ ਤੁਹਾਨੂੰ ਰਫ ਪੇਜ ਮਿਲੇਗਾ, ਉੱਥੇ ਤੁਸੀਂ ਲਿਖ ਲਿਓ। ਠੀਕ ਹੈ, ਉਸ ਤੋਂ ਬਾਅਦ ਕੀ ਆ ਕਿੱਦਾਂ ਹੁੰਦੀਆਂ ਪਈਆਂ, 26 ਆ ਗਿਆ, ਦੈਨ ਇਹ 'ਚੋਂ 2 ਮਾਈਨਸ ਕੀਤੇ 24 ਆ ਗਿਆ, ਦੈਨ 2 ਮਾਈਨਸ ਕੀਤੇ 22 ਆ ਗਿਆ, ਦੈਨ 2 ਮਾਈਨਸ ਕੀਤੇ 20 ਆ ਗਿਆ, 2 ਮਾਈਨਸ ਕਰਾਂਗੇ ਆਪਣੇ ਤੋਂ ਕਿੰਨਾ ਆ ਜਾਏਗਾ 18 ਜਿਹੜਾ ਆਪਣੇ ਤੋਂ ਆ ਜਾਏਗਾ। ਠੀਕ ਹੈ, ਸੋ ਜੇ -2 ਆ 20 ਵਿੱਚੋਂ 2 ਮਾਈਨਸ ਕਰਾਂਗੇ ਆਪਣੇ ਕੋ 18 ਆ ਗਿਆ, ਤਾਂ 18ਵੇਂ ਨੰਬਰ ਤੇ ਕੌਣ ਹੁੰਦਾ ਵਾ ਜੀ, ਆਪਣੇ ਤੋਂ R ਹੁੰਦਾ ਵਾ। ਠੀਕ ਹੈ, ਸੋ ਆਪਣੇ ਤੋਂ ਆਂਸਰ ਆ ਜਾਏਗਾ ਜੀ R। ਠੀਕ ਹੈ, ਉਮੀਦ ਆ ਕਿ ਤੁਹਾਨੂੰ ਜਿਹੜਾ ਟਾਈਪ 1 ਆ ਸਿੰਪਲ ਪੈਟਰਨ ਦੇ ਕੁਐਸਚਨਸ ਹੁਣ ਤੁਸੀਂ ਸੋਲਵ ਕਰ ਲਓਗੇ। ਠੀਕ ਹੈ, ਸਭ ਤੋਂ ਈਜ਼ੀ ਹੈ। ਉਸ ਤੋਂ ਬਾਅਦ ਗੱਲ ਕਰੀਏ ਟਾਈਪ 2 ਪੈਟਰਨ ਦੀ। ਠੀਕ ਹੈ, ਸੋ ਇਹਦੀ ਡੈਫੀਨੇਸ਼ਨ ਆਪਣੇ ਤੋਂ ਕੀ ਆ, ਲੈਟਰਸ ਡੂ ਨੋਟ ਇਨਕਰੀਜ਼ ਬਾय ਦ ਸੇਮ ਨੰਬਰ। ਠੀਕ ਹੈ, ਇਹ 'ਚ ਲੈਟਰਸ ਜਿਹੜੇ ਆ ਸੇਮ ਨੰਬਰ ਦੇ ਨਾਲ ਇਨਕਰੀਜ਼ ਨਹੀਂ ਕਰਦੇ ਹੈਗੇ। ਜਿੱਦਾਂ ਉੱਥੇ +2 ਹੀ ਤੇ ਸਾਰਿਆਂ 'ਚ +2 ਹੋਣ ਡਿਆ ਸੀ, +3 ਤੇ ਸਾਰਿਆਂ 'ਚੋਂ ਹੀ ਹੋਣ ਡਿਆ ਸੀ, -2 ਹੀ ਤੇ ਸਾਰਿਆਂ 'ਚੋਂ ਹੀ ਹੁੰਦਾ ਪਿਆ। ਬਟ ਇਹ 'ਚ ਜਿਹੜਾ ਆਪਣੇ ਕੋਲ ਲੈਟਰਸ ਡੂ ਨੋਟ ਇਨਕਰੀਜ਼ ਬਾय ਦ ਸੇਮ ਨੰਬਰ 'ਚ ਲੈਟਰਸ ਇਨਕਰੀਜ਼ ਨਹੀਂ ਕਰਨਗੇ। ਇਨਸਟੈਡ ਕੀ ਹੋਏਗਾ, ਦ ਗੈਪ ਕੀਪ ਇਨਕਰੀਜ਼ਿੰਗ, ਜਿਹੜਾ ਗੈਪ ਉਹ ਵੱਧਦਾ ਜਾਏਗਾ। ਫੋਰ ਐਗਜ਼ਾਮਪਲ ਉਹਨਾਂ ਨੇ ਸਾਨੂੰ ਜਿਹੜੀ ਇੱਕ ਐਗਜ਼ਾਮਪਲ ਦਿੱਤੀ ਆ ACFJO। ਠੀਕ ਹੈ, ਸੋ ਇਹਨਾਂ ਦੀ ਥੱਲੇ ਜਿਹੜੀ ਪੋਜੀਸ਼ਨ ਵੀ ਲਿਖੀ ਆ, A ਦੀ 1 ਆ ਗਈ। ਤੁਸੀਂ ਬਟ ਸਾਰੇ ਕੁਐਸਚਨਸ ਖੁਦ ਸੋਲਵ ਕਰਕੇ ਦੇਖਿਓ ਇੱਕ ਵਾਰੀ। ਠੀਕ ਹੈ, C ਦੀ ਇੰਨੀ ਹੁੰਦੀ ਆ, F ਦੀ 6, J ਦੀ 10, O ਦੀ 15। ਠੀਕ ਹੈ, ਸੋ ਇਹ 'ਚ ਦੇਖੋ ਜਿਹੜਾ ਗੈਪ ਉਹ ਵੱਧਦਾ ਜਾਂਦਾ ਪਿਆ। ਪਹਿਲਾਂ 1 3 ਦੇ ਵਿੱਚ ਕਿੰਨਾ ਗੈਪ ਆ, 2 ਦਾ ਗੈਪ ਆ, ਦੈਨ ਇਹਦੇ ਵਿੱਚ ਆਪਣੇ ਕੋ ਆ ਜਾਊਗਾ 3 ਦਾ, ਇਹ 'ਚ ਆ ਜਾਊਗਾ ਆਪਣੇ ਤੋਂ 4 ਦਾ, ਦੈਨ 10 ਤੇ 15 ਦੇ ਵਿੱਚ ਕਿੰਨਾ ਗੈਪ ਆ 5 ਦਾ। ਸੋ ਇਹਦੇ ਵਿੱਚ ਕਿੰਨਾ ਗੈਪ ਹੋਏਗਾ 6 ਦਾ ਗੈਪ ਆ ਜਾਏਗਾ। ਠੀਕ ਹੈ, ਦੇਖੋ ਪਹਿਲਾਂ +2 ਦਾ ਗੈਪ ਆਇਆ, ਦੈਨ 3 ਦਾ ਆਇਆ, ਦੈਨ 4 ਦਾ ਆਇਆ, ਦੈਨ 5 ਦਾ। ਓਬਵੀਅਸਲੀ ਹੁਣ ਅੱਗੇ ਗੈਪ ਕਿੰਨਾ ਆਏਗਾ +6 ਦਾ ਆਏਗਾ। ਸੋ ਆਪਣੇ ਤੋਂ 15 ਦੇ ਵਿੱਚ ਅਗਰ ਆਪਾਂ 6 ਨੂੰ ਪਲੱਸ ਕਰਦੇ ਦੈਨ ਆਪਣੇ ਤੋਂ 21 ਹੁੰਦਾ, ਦੈਨ 21 ਨੰਬਰ ਤੇ ਕੌਣ ਹੁੰਦਾ ਆਪਣੇ ਤੋਂ U ਹੁੰਦਾ ਵਾ। ਸੋ ਆਪਣਾ ਆਂਸਰ ਆ ਜਾਏਗਾ U ਆਂਸਰ ਆ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਕ ਸੈਕਿੰਡ ਐਗਜ਼ਾਮਪਲ ਕਰਨੇ ਆ। ਸੋ ਆਪਣੇ ਤੋਂ ਕੁਐਸਚਨ ਕੀ ਆ, B ਆ, D ਆ, J ਆ, K ਆ, P ਆ। ਠੀਕ ਹੈ, ਦੈਨ ਹੁਣ ਤੁਸੀਂ ਜਿਹੜਾ ਫਾਊਂਡ ਆਊਟ ਕਰਨਾ ਵਾ। ਸੋ ਸਭ ਤੋਂ ਪਹਿਲਾਂ B ਦੀ ਪੋਜੀਸ਼ਨ, D ਦੀ, G ਦੀ, ਸਾਰਿਆਂ ਦੀ ਪੋਜੀਸ਼ਨਸ ਥੱਲੇ ਲਿਖੀਆਂ ਹੋਈਆਂ ਵਾ। ਠੀਕ ਹੈ, ਹੁਣ 2 ਤੇ 4 ਦੇ ਵਿੱਚ ਕਿੰਨਾ ਗੈਪ ਆ, 2 ਦਾ ਗੈਪ ਆ। 4 ਤੇ 7 ਦੇ ਵਿੱਚ ਕਿੰਨਾ ਗੈਪ ਆ, 3 ਦਾ ਗੈਪ ਆ। 7 ਤੇ 11 ਦੇ ਵਿੱਚ 4 ਦਾ ਗੈਪ ਆ। ਠੀਕ ਹੈ, ਸੋ ਇਹਦੇ ਵਿੱਚ ਕੀ ਚੱਲਦਾ ਪਿਆ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ +2 ਕੀਤਾ, ਦੈਨ ਉਸ ਤੋਂ ਬਾਅਦ +3 ਕੀਤਾ, ਦੈਨ +4, ਦੈਨ +5 ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਕਰਨਾ ਵਾ +6 ਕਰਨਾ। ਠੀਕ ਹੈ, ਸੋ ਅਗਰ ਆਪਾਂ 16 ਦੇ ਵਿੱਚ ਜਿਹੜੇ ਆ ਕਹਿੰਦੇ ਆ ਕਿ ਆਪਾਂ 6 ਇਹਦੇ ਵਿੱਚ ਅਗਰ ਪਲੱਸ ਕਰ ਦਈਏ, ਸੋ ਆਪਣੇ ਤੋਂ ਆਉਂਦਾ ਵਾ ਜੀ 22 ਆਉਂਦਾ ਹੈ। ਠੀਕ ਹੈ, ਦੈਨ ਆਪਣੇ ਤੋਂ 22 ਨੰਬਰ ਤੇ ਕੀ ਪਿਆ ਵਾ ਜੀ, ਆਪਣੇ ਤੋਂ V ਦੀ ਪੋਜੀਸ਼ਨ ਹੁੰਦੀ = 22। ਸੋ ਆਪਣੇ ਤੋਂ ਆਂਸਰ ਕੀ ਆ ਜਾਏਗਾ V ਆਪਣੇ ਤੋਂ ਆਂਸਰ ਆ ਜਾਏਗਾ।
ਉਮੀਦ ਆ ਕਿ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਕ ਥਰਡ ਐਗਜ਼ਾਮਪਲ ਕੱਢਦੇ ਹਾਂ, ABDGK। ਦੈਨ ਤੁਸੀਂ ਕੁਐਸਚਨ ਮਾਰਕ ਵਾਲਾ ਫਾਈਂਡ ਕਰਨਾ ਵਾ। A ਦੀ ਪੋਜੀਸ਼ਨ 1 ਹੁੰਦੀ, B ਦੀ 2 ਹੁੰਦੀ ਆ, D ਦੀ 4, G ਦੀ 7, K ਦੀ 11। ਦੈਨ ਤੁਸੀਂ ਆ ਜਿਹੜੀ ਇਹਦੀ ਪੋਜੀਸ਼ਨ ਜਿਹੜੀ ਆ ਇਹ 'ਚ ਦੇਖਣਾ ਕੀ ਆਏਗਾ, ਲੈਟਰ ਫਾਈਂਡ ਆਊਟ ਕਰਨਾ ਹੈ। ਤੁਸੀਂ ਇਹਦੇ ਵਿੱਚ ਵੀ ਨੋਟ ਕੀਤਾ ਹੋਏਗਾ, ਇਹਦੇ ਵਿੱਚ ਕਿੰਨਾ ਗੈਪ ਆਪਣੇ ਤੋਂ +1 ਦਾ ਗੈਪ ਆ, ਇਹਦੇ ਵਿੱਚ ਕਿੰਨਾ ਆ ਗਿਆ +2 ਦਾ ਆ ਗਿਆ, ਦੈਨ 3 ਦਾ, ਦੈਨ 4 ਦਾ ਆ ਗਿਆ। ਸੋ ਇਹਦੇ ਵਿੱਚ +5 ਦਾ ਜਿਹੜਾ ਗੈਪ ਆ ਜਾਏਗਾ। ਠੀਕ ਹੈ, ਆ ਮੈਂ ਤੁਹਾਡੀ ਲਿਖ ਵੀ ਦਿੱਤਾ। ਸੋ ਅਗਰ ਤੁਸੀਂ 11 ਦੇ ਵਿੱਚ ਪਲੱਸ ਕਰਦੇ ਜੇ 5 ਆਪਣੇ ਤੋਂ ਹੁੰਦਾ ਵਾ 16, ਦੈਨ 16ਵੀਂ ਪੋਜੀਸ਼ਨ ਦੇ ਕੌਣ ਪਿਆ ਆਪਣੇ ਤੋਂ P ਪਿਆ ਵਾ। ਸੋ ਆਪਣਾ ਆਨਸਰ ਕੀ ਆ ਜਾਏਗਾ ਆਪਣੇ ਤੋਂ P ਜਿਹੜਾ ਆਪਣੇ ਤੋਂ ਆਨਸਰ ਆ ਜਾਏਗਾ। ਠੀਕ ਹੈ, ਸੋ ਮੈਂ ਤੁਹਾਨੂੰ ਇਹਦੀ ਸ਼ਾਰਟਕਟ ਟ੍ਰਿਕ ਦੱਸ ਦਿੰਨੀ ਆ। ਵੈਨਐਵਰ ਸਿੰਪਲ +2 ਜਾਂ +3। ਠੀਕ ਹੈ, ਜਦੋਂ ਵੀ ਕਹਿੰਦੇ ਕਿ ਸਿੰਪਲ +2 ਹੋਣ ਡਿਆ ਹੋਏਗਾ ਜਾਂ ਸਿੰਪਲ +3 ਹੁੰਦਾ ਪਿਆ ਹੋਊਗਾ। ਠੀਕ ਹੈ, ਪੈਟਰਨ ਇਜ਼ ਨੋਟ ਵਿਜ਼ੀਬਲ, ਕਹਿੰਦੇ ਕਿ ਜਦ +2 ਹੋਣ ਡਿਆ ਹੋਊਗਾ ਜਾਂ +3 ਹੋਣ ਡਿਆ ਹੋਊਗਾ, ਜਦੋਂ ਤੁਹਾਨੂੰ ਕੋਈ ਵੀ ਪੈਟਰਨ ਨਾ ਲੱਭੇ, ਦੈਨ ਤੁਸੀਂ ਜੋ +2 ਵੀ ਨਾ ਹੋਣ ਡਿਆ ਹੋਏ, +3 ਵੀ ਨਾ ਹੋਣ ਡਿਆ ਹੋਏਗਾ, ਦੈਨ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਕਿਹੜਾ ਪੈਟਰਨ ਹੈ ਜਿਹੜਾ ਇਹਦੇ ਵਿੱਚ ਕੰਮ ਕਰਦਾ ਪਿਆ ਵਾ। ਦੈਨ ਤੁਸੀਂ ਕੀ ਚੈੱਕ ਕਰਨਾ ਵਾ, ਦੈਨ ਤੁਸੀਂ +1 ਕਰਿਓ, 2 ਕਰਿਓ, 3 ਕਰਿਓ, 4 ਕਰਿਓ। ਠੀਕ ਹੈ, ਜਾਂ 2 3 4 5 ਆਹ ਵਾਲਾ ਪੈਟਰਨ ਜਿਹੜਾ ਤੁਸੀਂ ਲਾ ਸਕਦੇ, ਮਤਲਬ ਇਨਕਰੀਜ਼ਿੰਗ ਗੈਪ ਪੈਟਰਨ ਤੁਸੀਂ ਲਾ ਸਕਦੇ ਜੇ, ਬਿਕੋਜ਼ ਆ ਜਿਹੜਾ ਵਾ ਐਗਜ਼ਾਮ ਦਾ ਫੇਵਰੇਟ ਕੁਐਸਚਨ ਟਾਈਪ ਆ। ਸੋ ਜਿਹੜਾ ਤੁਸੀਂ ਆ ਯੂਜ਼ ਕਰ ਸਕਦੇ। ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ, ਤੁਸੀਂ +2 ਵੀ ਲਗਾ ਕੇ ਦੇਖ ਲਿਆ, ਨਹੀਂ ਕੰਮ ਕਰਦਾ ਪਿਆ, +3 ਵੀ ਨਹੀਂ ਲੱਗਦਾ ਪਿਆ, ਦੈਨ ਤੁਸੀਂ ਇਨਕਰੀਜ਼ਿੰਗ ਗੈਪ ਪੈਟਰਨ ਜਿਹੜਾ ਵਾ ਯੂਜ਼ ਕਰ ਸਕਦੇ ਜੇ। ਠੀਕ ਹੈ, ਸੋ ਆ ਵੀ ਐਜ਼ ਆ ਟ੍ਰਿਕ ਆ ਅਗਰ ਇਹਨਾਂ ਚੀਜ਼ਾਂ ਨੂੰ ਸਹੀ ਤਰ੍ਹਾਂ ਯੂਜ਼ ਕਰੋ। ਠੀਕ ਹੈ, ਉਸ ਤੋਂ ਬਾਅਦ ਗੱਲ ਕਰਦੇ ਹਾਂ ਟਾਈਪ 3 ਪੈਟਰਨ ਦੀ। ਉਹਦਾ ਨਾਮ ਕੀ ਆ, ਮਿਕਸਡ ਫੋਰਵਰਡ ਐਂਡ ਬੈਕਵਰਡ ਪੈਟਰਨ। ਸੋ ਆਪਣੇ ਤੋਂ ਕੀ ਹੁੰਦਾ ਵਾ, ਸਭ ਤੋਂ ਪਹਿਲਾਂ ਇੰਪੋਰਟੈਂਟ ਟ੍ਰਿਕ ਆ, ਸੈਪਰੇਟ ਓਡ ਪੋਜੀਸ਼ਨਸ ਐਂਡ ਈਵਨ ਨੰਬਰ। ਤੁਸੀਂ ਓਡ ਵਾਲਿਆਂ ਨੂੰ ਤੇ ਈਵਨ ਵਾਲਿਆਂ ਨੂੰ ਜਿਹੜਾ ਵਾ ਸੈਪਰੇਟ ਕਰਕੇ ਦੇਖਿਓ। ਠੀਕ ਹੈ, ਆਪਾਂ ਐਗਜ਼ਾਮਪਲ ਕਰਨੇ ਉਸ ਤੋਂ ਬਾਅਦ। ਮੈਨੀ ਡਿਫਿਕਲਟ ਕੁਐਸਚਨ ਬਿਕੇਮ ਈਜ਼ੀ ਯੂਜ਼ਿੰਗ ਦਿਸ ਮੈਥਡ। ਠੀਕ ਹੈ, ਅਗਰ ਤੁਸੀਂ ਓਡ ਨੰਬਰ ਤੁਹਾਨੂੰ ਪਤਾ ਨਾ ਕਿਹੜੇ ਹੁੰਦੇ, 1 ਦੈਨ 3 ਦੈਨ 5। ਠੀਕ ਹੈ, ਆ ਹੁੰਦੇ ਆਪਣੇ ਤੋਂ ਓਡ ਨੰਬਰ। ਈਵਨ ਨੰਬਰ ਵੀ ਤੁਹਾਨੂੰ ਪਤਾ ਹੋਣੇ, ਜਿਹੜੇ 2 ਦੇ ਟੇਬਲ ਤੇ ਹੁੰਦੇ ਆ 2 4 6 8। ਠੀਕ ਹੈ, ਉਹਨਾਂ ਨੂੰ ਆਪਾਂ ਈਵਨ ਨੰਬਰ ਕਹਿੰਦੇ ਨੇ। ਜਿਹੜੇ 2 ਦੇ ਟੇਬਲ ਤੇ ਨਹੀਂ ਹੁੰਦੇ, ਡੈਟ ਇਜ਼ ਓਡ ਨੰਬਰਸ ਹੁੰਦੇ ਆ। ਸੋ ਕਹਿੰਦੇ ਕਿ ਤੁਸੀਂ ਓਡ ਤੇ ਈਵਨ ਨੰਬਰਸ ਨੂੰ ਸੈਪਰੇਟ ਕਰਿਓ। ਬੜੇ ਸਾਰੇ ਡਿਫਿਕਲਟ ਕੁਐਸਚਨ ਜਿਹੜੇ ਆ ਇਸ ਤਰੀਕੇ ਦੇ ਨਾਲ ਈਜ਼ੀ ਬਣ ਜਾਂਦੇ ਆ। ਠੀਕ ਹੈ, ਸੋ ਆਪਾਂ ਸਭ ਤੋਂ ਪਹਿਲਾਂ ਕੱਢਨੇ ਐਗਜ਼ਾਮਪਲ 1। ਐਗਜ਼ਾਮਪਲ 1 'ਚ ਕੀ ਆ ਆਪਣੇ ਤੋਂ, A ਆ, Z ਆ, B ਆ, Y ਆ, C ਆ। ਠੀਕ ਹੈ, ਸੋ ਆ ਦੇਖੋ A ਤੋਂ ਬਾਅਦ ਸਿੱਧਾ Z ਆ ਗਿਆ। A ਪਹਿਲੇ ਨੰਬਰ ਤੇ ਹੁੰਦਾ ਵਾ, Z 26 ਨੰਬਰ ਤੇ ਹੁੰਦਾ ਵਾ। B ਤੋਂ ਬਾਅਦ ਸਿੱਧਾ Y ਆ ਗਿਆ, B 2 ਤੇ, Y 5 ਤੇ। ਦੈਨ ਓਬਵੀਅਸਲੀ C ਤੋਂ ਬਾਅਦ ਕੀ ਆਏਗਾ, X। ਠੀਕ ਹੈ, ਦੇਖੋ ਇੱਕ ਆ, ਦੈਨ ਉਸ ਤੋਂ ਬਾਅਦ ਲਾਸਟ ਵਾਲਾ ਆ ਗਿਆ B ਆ, ਦੈਨ Y ਆ ਗਿਆ, C ਆ, ਦੈਨ ਆਪਣੇ ਤੋਂ ਕੀ ਆ ਜਾਏਗਾ, ਪਿੱਛੇ ਵਾਲੇ ਆ ਜਾਏਗਾ, ਡੈਟ ਇਜ਼ X ਆਪਣੇ ਕੋ ਆ ਜਾਏਗਾ। ਸੋ ਆਪਣੇ ਕੋ ਕੀ ਹੈ ਓਡ ਪੋਜੀਸ਼ਨਸ ਤੇ ਤੁਸੀਂ ਈਵਨ ਪੋਜੀਸ਼ਨਸ ਤੇ ਵੱਖ-ਵੱਖ ਇਹਨਾਂ ਨੂੰ ਕਰ ਲੈਣਾ। ਠੀਕ ਹੈ, ਜਿੱਦਾਂ ਕਿ ਦੇਖੋ A ਆ, ਇੱਕ ਮਿੰਟ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਂਦੀ ਹਾਂ। ਸੋ ਟ੍ਰਿਕ ਅਗਰ ਤੁਸੀਂ ਇਹਨੂੰ ਅਕੋਰਡਿੰਗ ਕਰੋ, ਦੈਨ ਦੇਖੋ A, ਦੈਨ +1 ਕੀਤਾ B, ਦੈਨ +1 ਕੀਤਾ C ਆ ਜਾਏਗਾ। ਦੈਨ ਅਗਰ ਉਹਨਾਂ ਨੇ ਇੱਥੇ ਪੁੱਛਿਆ ਹੁੰਦਾ, ਦੈਨ ਇੱਥੇ D ਆਉਂਦਾ। ਠੀਕ ਹੈ, ਸੋ Z ਦੇ ਵਿੱਚੋਂ ਮਾਈਨਸ ਕਰੋਗੇ Y ਆ ਜਾਏਗਾ, ਦੈਨ Y ਦੇ ਵਿੱਚੋਂ ਇੱਕ ਮਾਈਨਸ ਕਰੋਗੇ, ਦੈਨ ਇੱਥੇ ਆਪਣੇ ਕੋ ਕੀ ਆ ਜਾਏਗਾ, X ਆ ਜਾਏਗਾ। ਠੀਕ ਹੈ, ਸੋ ਤੁਸੀਂ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ। ਤੁਸੀਂ A B C ਨੂੰ ਸੈਪਰੇਟ ਕਰ ਲਿਆ, ਡੈਟ ਇਜ਼ ਆਪਣੇ ਕੋ ਓਡ ਪੋਜੀਸ਼ਨਸ ਆ ਗਿਆ। ਦੈਨ ਤੁਸੀਂ ਈਵਨ ਵਾਲਿਆਂ ਨੂੰ ਵੀ ਸੈਪਰੇਟ ਕਰ ਲਿਆ। ਠੀਕ ਹੈ, -1 ਕਰਕੇ। ਠੀਕ ਹੈ, ਸੋ ਆਪਣੇ ਤੋਂ ਆਨਸਰ ਆ ਜਾਏਗਾ X ਆ ਜਾਏਗਾ। ਮਤਲਬ ਤੁਹਾਨੂੰ ਇਹ 'ਚ 2 ਦਿੱਤੇ ਸੀਗੇ ਤੇ ਤੁਸੀਂ ਦੋਵਾਂ ਨੂੰ ਵੱਖ-ਵੱਖ ਕਰਕੇ ਦੇਖ ਲਿਆ। ਠੀਕ ਹੈ, ਉਸ ਤੋਂ ਬਾਅਦ ਕਰਾਂਗੇ ਟਾਈਪ 3 ਦੀ ਐਗਜ਼ਾਮਪਲ ਨੰਬਰ 2। ਆ ਵੀ ਉਸਦੇ ਵਾਂਗਰਾ ਹੀ ਆ। ਠੀਕ ਹੈ, ਸੋ ਆਪਣੇ ਤੋਂ ਕੀ ਆ, A ਆ, ਦੈਨ B C ਨੂੰ ਛੱਡਿਆ, ਦੈਨ ਸਿੱਧਾ ਆ ਗਿਆ ਆਪਣੇ ਤੋਂ D। ਦੈਨ ਆਪਾਂ E F ਨੂੰ ਛੱਡਿਆ, ਦੈਨ ਆਪਣੇ ਕੋ ਆ ਗਿਆ G। ਦੈਨ ਆਪਾਂ H I ਨੂੰ ਛੱਡਾਂਗੇ, ਦੈਨ ਆਪਣੇ ਕੋ ਇੱਥੇ ਆ ਜਾਏਗਾ J ਆ ਜਾਏਗਾ, ਅਗਰ ਉਹਨਾਂ ਨੇ ਇੱਥੇ ਪੁੱਛਿਆ ਹੁੰਦਾ। ਸੋ ਇਹਦੇ ਵਿੱਚ ਕੀ ਆ, ਦੈਨ ਉਹਨਾਂ ਨੇ Z ਤੋਂ ਬਾਅਦ X ਵੀ ਨਹੀਂ ਲਿਆ, Y ਵੀ ਨਹੀਂ ਲਿਆ, W ਲਿਖਤਾ। ਦੈਨ ਆਪਣੇ ਤੋਂ ਇੱਥੇ ਜਿਹੜਾ ਵਾ ਕੀ ਆਏਗਾ। ਠੀਕ ਹੈ,
ਸੋ ਦੇਖੋ ਜਿੱਦਾਂ ADG ਦੇ ਵਿੱਚ ਕੀ ਹੁੰਦਾ ਪਿਆ ਸੀਗਾ +3 ਹੁੰਦੇ ਪਏ ਤੇ ਈਵਨ ਦੇ ਵਿੱਚ ਕੀ ਆਪਾਂ ਨੇ -3 ਨੂੰ ਕਰਤਾ। Z ਦੇ ਵਿੱਚੋਂ 3 ਮਾਈਨਸ ਕੀਤੇ W ਆ ਗਿਆ, W ਦੇ ਵਿੱਚ 3 ਮਾਈਨਸ ਕਰੋਗੇ ਤਾਂ ਆਪਣੇ ਤੋਂ T ਆ ਜਾਏਗਾ। ਮਤਲਬ ਸਾਡਾ ਰਾਈਟ ਆਂਸਰ ਕੀ ਹੋਏਗਾ, ਆਪਣੇ ਤੋਂ T ਆ ਜਾਏਗਾ ਰਾਈਟ ਆਂਸਰ। ਠੀਕ ਹੈ, ਉਮੀਦ ਹੈ ਕਿ ਤੁਹਾਨੂੰ ਸਾਰੀ ਦੀ ਸਾਰੀ ਜਿਹੜੀ ਸਮਝ ਆ ਉਹ ਲੱਗਦੀ ਪਈ ਹੋਏਗੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਤੁਹਾਨੂੰ ਮੈਂ ਤੀਸਰੀ ਇੱਕ ਹੋਰ ਐਗਜ਼ਾਮਪਲ ਦਿੰਨੀ ਆ। ਜਿਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਨੇ ਦਿੱਤਾ ਵਾ BDF, ਉਹਨਾਂ ਨੇ ਮਤਲਬ ਅੱਗੇ ਵਾਲੇ ਦਿੱਤੇ, ਜਿੱਦਾਂ BDF। ਠੀਕ ਹੈ, ਸਟਾਰਟਿੰਗ ਵਾਲੇ ਦਿੱਤੇ ਹੈ ਐਂਡ Y ਐਂਡ W ਉਹਨਾਂ ਨੇ ਜਿਹੜੇ ਆ ਲਾਸਟ ਦੇ ਜਿਹੜੇ ਅਲਫਾਬੈਟ ਤੇ ਹੁੰਦੇ ਉਹ ਦਿੱਤੇ ਆ। ਠੀਕ ਹੈ, ਓਡ ਪੋਜੀਸ਼ਨ ਤੇ ਈਵਨ ਪੋਜੀਸ਼ਨ ਦਾ ਅਗਰ ਤੁਹਾਨੂੰ ਹਾਲੇ ਤੱਕ ਨਹੀਂ ਮਤਲਬ ਸਮਝ ਆਇਆ, ਇੱਕ ਵਾਰੀ ਦੁਬਾਰਾ ਤੋਂ ਐਕਸਪਲੇਨ ਕਰ ਦਿੰਨੀ ਆ। ਓਡ ਪੋਜੀਸ਼ਨ ਦਾ ਮਤਲਬ ਜਾਂ ਈਵਨ ਦਾ ਮਤਲਬ ਆ ਕਿ ਤੁਸੀਂ ਜਿਹੜੇ ਆ ਉਹਨਾਂ ਨੂੰ ਵੱਖ-ਵੱਖ ਦੇ ਵਿੱਚ ਡਿਵਾਈਡ ਕਰ ਦੇਣਾ ਵਾ। ਜਿੱਦਾਂ BDF ਆਪਣੇ ਤੋਂ ਸਟਾਰਟਿੰਗ ਤੇ ਹੁੰਦੇ ਉਹਨਾਂ ਦਾ ਤੁਸੀਂ ਇੱਕ ਵੱਖ ਬਣਾ ਲਿਆ ਐਂਡ ਦੈਨ ਜਿਹੜੇ ਆਪਣੇ ਤੋਂ W ਤੇ Y ਉਹ ਆਪਣੇ ਵੱਖ ਹੁੰਦੇ ਉਹਨਾਂ ਨੂੰ ਤੁਸੀਂ ਐਜ਼ ਆ ਉਹਨਾਂ ਨੂੰ ਵੱਖਰੇ 'ਚ ਡਿਵਾਈਡ ਕਰਤਾ। ਠੀਕ ਹੈ, ਹੁਣ ਦੇਖੋ B ਦੇ ਵਿੱਚ 2 ਪਲੱਸ ਕਰੀਏ ਆਪਣੇ ਤੋਂ D ਆਉਂਦਾ ਵਾ ਐਂਡ D ਦੇ ਵਿੱਚ 2 ਪਲੱਸ ਕਰੀਏ ਆਪਣੇ ਤੋਂ F ਆਉਂਦਾ ਹੈ। ਠੀਕ ਹੈ, ਹੁਣ Y ਦੇ ਵਿੱਚੋਂ ਕਹਿੰਦੇ ਆ ਕਿ ਆਪਣੇ ਤੋਂ 2 ਮਾਈਨਸ ਕਰੀਏ W ਆਉਂਦਾ ਐਂਡ W ਦੇ ਵਿੱਚੋਂ ਅਗਰ ਆਪਾਂ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲ U ਆ ਜਾਂਦਾ ਹੈ। ਠੀਕ ਹੈ, ਅਗਰ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਸੈਪਰੇਟਲੀ ਕਰੋਗੇ ਦੈਨ ਤੁਹਾਡੇ ਵਾਸਤੇ ਈਜ਼ੀ ਹੋ ਜਾਏਗਾ ਆਂਸਰ ਕੱਢਣਾ। ਠੀਕ ਹੈ, ਮੇਨ ਆ ਗੱਲ ਦਾ ਮਤਲਬ ਆ। ਠੀਕ ਹੈ, ਸੋ ਆਪਣੇ ਤੋਂ ਆਂਸਰ ਕਿੰਨਾ ਆ ਜਾਏਗਾ, U ਜਿਹੜਾ ਆਪਣੇ ਤੋਂ ਆਂਸਰ ਆ ਜਾਏਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਟਾਈਪ 4 ਪੈਟਰਨ। ਠੀਕ ਹੈ, ਚੌਥਾ ਪੈਟਰਨ ਆਪਣੇ ਤੋਂ ਐਡਵਾਂਸਡ ਮਿਕਸਡ ਪੈਟਰਨ। ਹੁਣ ਜਿਹੜਾ ਆਹ ਵਾਲਾ ਆਪਣੇ ਤੋਂ ਪੈਟਰਨ ਆ, ਦਿਸ ਇਜ਼ ਵਨ ਆਫ ਦਾ ਮੋਸਟ ਕਾਮਨ ਐਗਜ਼ਾਮ ਪੈਟਰਨਸ। ਠੀਕ ਹੈ, ਆ ਸਭ ਤੋਂ ਜ਼ਿਆਦਾ ਕਹਿੰਦੇ ਆ ਕਿ ਕਾਮਨਲੀ ਐਗਜ਼ਾਮ ਦੇ ਵਿੱਚ ਆ ਜਾਂਦਾ ਵਾ। ਸੋ ਪਲੀਜ਼ ਰਾਜੇ ਨੂੰ ਜਿਹੜਾ ਤੁਸੀਂ ਧਿਆਨ ਦੇ ਨਾਲ ਸੁਣਿਓ। ਇਹਨਾਂ ਕੁਐਸਚਨਸ ਦੇ ਵਿੱਚ ਰਾਜੇ ਕੀ ਹੁੰਦਾ ਵਾ, ਮੋਰ ਦੈਨ ਵਨ ਕਨਸੈਪਟ ਮੇ ਬੀ ਯੂਜ਼ਡ। ਆਪਾਂ ਇਹਨਾਂ 'ਚ ਇੱਕ ਤੋਂ ਜ਼ਿਆਦਾ ਕਨਸੈਪਟ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਕਿ ਆਪਾਂ ਲਾਸਟ ਕੁਐਸਚਨਸ ਦੇ ਵਿੱਚ ਜਾਂ ਤਾਂ ਪਲੱਸ ਕਰਦੇ ਪਏ ਸੀਗੇ ਜਾਂ ਮਾਈਨਸ ਕਰਦੇ ਪਏ ਸੀਗੇ, ਜਾਂ ਆਪਾਂ 2 ਟਾਈਪਸ ਦੇ ਵਿੱਚ ਡਿਵਾਈਡ ਕਰ ਲੈਂਦੇ, ਆਪਾਂ ਇੱਕ ਨੂੰ ਓਡ ਮੰਨ ਲੈਂਦੇ ਸੀਗੇ, ਦੂਜੇ ਨੂੰ ਈਵਨ ਮੰਨ ਲੈਂਦੇ ਸੀਗੇ। ਇੱਕ ਦੇ ਵਿੱਚ ਪਲੱਸ ਹੋਣ ਡਿਆ ਹੁੰਦਾ ਸੀਗਾ ਅਤੇ ਦੂਜੇ ਦੇ ਵਿੱਚ ਮਾਈਨਸ ਹੋਣ ਡਿਆ ਹੁੰਦਾ, ਤਾਂ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ। ਬਟ ਇਹਦੇ ਵਿੱਚੋਂ ਆਪਣੇ ਤੋਂ ਇੱਕ ਤੋਂ ਜ਼ਿਆਦਾ ਪੈਟਰਨ ਜਿਹੜੇ ਆ ਯੂਜ਼ ਹੁੰਦੇ ਆ। ਫੋਰ ਐਗਜ਼ਾਮਪਲ ਇਹਨਾਂ ਦੇ ਵਿੱਚ ਗੈਪ ਜਿਹੜਾ ਇਨਕਰੀਜ਼ਿੰਗ ਦੇ ਵਿੱਚ ਵੱਧਦਾ ਵੀ ਆ ਅਤੇ ਜਿਹੜਾ ਗੈਪ ਉਹ ਡਿਕਰੀਜ਼ਿੰਗ ਦੇ ਵਿੱਚ ਹੁੰਦਾ ਘੱਟਦਾ ਵੀ ਆ। ਓਡ ਈਵਨ ਦਾ ਪੈਟਰਨ ਵੀ ਇਹਨਾਂ 'ਚ ਲੱਗ ਸਕਦਾ ਵਾ ਅਤੇ ਸਰਕੂਲਰ ਸੀਰੀਜ਼ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ, ਉਹ ਵੀ ਇਹਨਾਂ ਵਿੱਚ ਲੱਗ ਸਕਦੀ ਆ। ਮਤਲਬ ਇਹਨਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਪੈਟਰਨਸ ਯੂਜ਼ ਹੋਣੇ ਆ। ਠੀਕ ਹੈ, ਸੋ ਧਿਆਨ ਦੇ ਨਾਲ ਕਰਿਓ ਇਹਨੂੰ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਗਜ਼ਾਮਪਲ ਫਸਟ ਦੇ ਰਾਹੀਂ ਸਮਝਾਉਂਦੀ ਹਾਂ। ਆਪਣੇ ਕੋਲ ਕੁਐਸਚਨ ਕੀ ਆ, Z ਦਿੱਤਾ ਵਾ, ਦੈਨ ਆਪਣੇ ਤੋਂ X ਆ, ਦੈਨ U ਆ, ਦੈਨ Q ਆ, ਦੈਨ ਆਪਣੇ ਤੋਂ ਇੱਥੇ ਕੀ ਆਏਗਾ। ਸੋ ਇਹਦੇ ਵਿੱਚ ਕੀ ਆ, Z ਦੀ ਪੋਜੀਸ਼ਨ ਲਿਖੀ 26, ਇਹਦੀ ਐਂਡ ਸਾਰਿਆਂ ਦੀ ਪੋਜੀਸ਼ਨ ਲਿਖੀ। 26 ਦੇ ਵਿੱਚੋਂ ਆਪਾਂ ਨੇ 2 ਮਾਈਨਸ ਕੀਤੇ, ਆਪਣੇ ਤੋਂ ਕਿੰਨਾ ਆ ਗਿਆ 24 ਆ ਗਿਆ। ਉਸ ਤੋਂ ਬਾਅਦ 24 ਦੇ ਵਿੱਚੋਂ ਦੇਖੋ ਆਪਾਂ ਜਿਹੜੇ ਆ 3 ਮਾਈਨਸ ਕੀਤੇ ਆ, 24, 22 ਐਂਡ 21। ਠੀਕ ਹੈ, ਉਸ ਤੋਂ ਬਾਅਦ ਦੈਨ ਆਪਾਂ 4 ਮਾਈਨਸ ਕੀਤੇ ਤਾਂ ਆਪਣੇ ਤੋਂ ਆ ਗਿਆ। ਠੀਕ ਹੈ, ਹੁਣ ਗੱਲ ਆ ਵਾ ਕਿ ਇੱਥੇ ਆਪਾਂ ਨੂੰ 5 ਜਿਹੜੇ ਆ ਮਾਈਨਸ ਕਰਨੇ ਪੈਣੇ ਆ। ਠੀਕ ਹੈ, ਸੋ ਸਭ ਤੋਂ ਪਹਿਲਾਂ ਕੀ ਆਇਆ, ਆਪਣੇ ਤੋਂ 2 ਮਾਈਨਸ ਕੀਤੇ, ਦੈਨ ਉਸ ਤੋਂ ਬਾਅਦ ਆਪਾਂ 3 ਕੀਤੇ, ਦੈਨ 4 ਕੀਤੇ। ਸੋ ਆਪਣੇ ਤੋਂ ਨੈਕਸਟ ਗੈਪ ਕੱਢਣ ਵਾਸਤੇ ਕੀ ਹੋਊਗਾ, ਆਪਾਂ ਨੂੰ 5 ਜਿਹੜੇ ਆ ਮਾਈਨਸ ਕਰਨੇ ਪੈਣੇ ਆ। ਸੋ ਆਪਾਂ ਅਗਰ ਆਪਾਂ 17 ਦੇ ਵਿੱਚੋਂ, ਠੀਕ ਹੈ, ਆਪਣੇ ਤੋਂ ਕੀ ਆਇਆ ਹੈਗਾ ਇੱਥੇ ਲਾਸਟ ਤੇ ਆਪਣੇ ਤੋਂ 17 ਆਇਆ। ਠੀਕ ਹੈ, ਲਾਸਟ ਪੋਜੀਸ਼ਨ ਆਪਣੇ ਤੋਂ ਕਿੰਨੀ ਆਈ, 17 ਦੀ ਪੋਜੀਸ਼ਨ ਆਈ। ਸੋ ਹੁਣ ਆਪਾਂ 17 ਦੇ ਵਿੱਚੋਂ ਅਗਰ ਆਪਣੇ ਤੋਂ 5 ਮਾਈਨਸ ਕਰਦੇ ਆ ਦੈਨ ਆਪਣੇ ਤੋਂ ਹੁੰਦਾ 12। ਸੋ 12ਵੀਂ ਪੋਜੀਸ਼ਨ 'ਤੇ ਕਿਹੜਾ ਲੈਟਰ ਪਿਆ ਹੁੰਦਾ ਵਾ, L ਲੈਟਰ ਪਿਆ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਆ ਆਪਾਂ ਨੂੰ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ। A ਆ, B ਆ, D ਆ, G ਆ, K ਐਂਡ ਦੈਨ ਤੁਸੀਂ ਆ ਜਿਹੜਾ ਫਾਈਂਡ ਆਊਟ ਕਰਨਾ ਵਾ। ਸੋ A ਦੀ ਪੋਜੀਸ਼ਨ, B ਦੀ, D ਦੀ, ਸਾਰਿਆਂ ਦੀ ਪੋਜੀਸ਼ਨ ਉੱਦਾਂ ਤੁਸੀਂ ਖੁਦ ਲਿਖਣੀ ਆ, ਬਟ ਮੈਂ ਤੁਹਾਨੂੰ ਲਿਖ ਕੇ ਦੇ ਦਿੱਤੀਆਂ ਵਾ। ਸੋ A ਜਿਹੜਾ ਇੱਕ ਨੰਬਰ 'ਤੇ ਆ, B ਉਸ ਤੋਂ ਬਾਅਦ ਦੇਖੋ ਇਹ 'ਚ ਕਿੰਨਾ ਹੋਇਆ ਵਾ, ਇਹ 'ਚ +1 ਹੋਇਆ ਵਾ। ਉਸ ਤੋਂ ਬਾਅਦ ਦੇਖੋ ਇਹ 'ਚ +2 ਹੋਇਆ ਵਾ। ਉਸ ਤੋਂ ਬਾਅਦ +3 ਹੋ ਗਿਆ। ਉਹ 'ਚ ਦੇਖੋ ਉਹ 'ਚ ਮਾਈਨਸ ਹੁੰਦਾ ਪਿਆ ਸੀਗਾ ਲਾਸਟ ਕੁਐਸਚਨ ਦੇ ਵਿੱਚ। ਦੈਨ ਇਹ 'ਚ ਆਪਣੇ ਤੋਂ ਕੀ ਆ, ਪਲੱਸ ਹੋਣ ਡਿਆ ਪਿਆ। ਠੀਕ ਹੈ, ਸੋ ਇਹ 'ਚ ਕੋਈ ਵੀ ਪੈਟਰਨ ਲੱਗ ਸਕਦਾ, ਤੁਹਾਨੂੰ ਹਰ ਇੱਕ ਪੈਟਰਨ ਨੂੰ ਸੁਣਨਾ ਪੈਣਾ ਵਾ, ਸਮਝਣਾ ਪੈਣਾ। ਠੀਕ ਹੈ, ਜਿੰਨੇ ਵੱਧ ਤੁਹਾਨੂੰ ਪੈਟਰਨਸ ਆਉਂਦੇ ਹੋਗੇ ਉਹ ਤੋਂ ਵੱਧ ਤੁਸੀਂ ਜਿਹੜੇ ਕੁਐਸਚਨਸ ਨੂੰ ਸੋਲਵ ਕਰ ਲਓਗੇ। ਠੀਕ ਹੈ, ਆ ਗਿਆ ਸਭ ਤੋਂ ਪਹਿਲਾਂ ਇਹ 'ਚ +1 ਹੋਇਆ, ਦੈਨ ਆਪਣੇ ਤੋਂ +2 ਹੋਇਆ, ਦੈਨ ਆਪਣੇ ਤੋਂ +3 ਹੋ ਗਿਆ, ਦੈਨ +4 ਹੋ ਗਿਆ। ਹੁਣ ਆਪਾਂ ਨੇ ਅਗਰ ਆਂਸਰ ਕੱਢਣਾ ਦੈਨ ਆਪਾਂ ਕੀ ਕਰਾਂਗੇ, +5 ਕਰਾਂਗੇ। ਸੋ ਆਪਣੇ ਤੋਂ ਲਾਸਟ ਕਿੰਨਾ ਆਇਆ ਗਿਆ, +4 ਕਰਕੇ 11। ਸੋ 11 ਦੇ ਵਿੱਚ ਅਗਰ ਆਪਾਂ ਨੇ 5 ਐਡ ਕੀਤੇ ਆਪਣੇ ਤੋਂ ਆਂਸਰ ਆ
ਜਾਏਗਾ 16 ਤੇ 16ਵੀਂ ਪੋਜੀਸ਼ਨ ਤੇ ਆਪਣੇ ਕੋ ਕੀ ਪਿਆ ਵਾ ਪੀ ਪਿਆ ਵਾ ਠੀਕ ਹੈ। ਸੋ ਆਪਣੇ ਤੋਂ ਆਂਸਰ ਪੀ ਆ ਜਾਏਗਾ ਠੀਕ ਹੈ। ਆ ਚੀਜ਼ਾਂ ਸਹੀ ਤਰ੍ਹਾਂ ਸਿੱਖ ਲਓ ਕਿ ਅਗਰ ਤੁਹਾਨੂੰ ਕੋਈ ਵੀ ਡਿਫਿਕਲਟ ਕੁਐਸਚਨ ਮਿਲਦਾ ਵਾ ਠੀਕ ਹੈ, ਤੁਸੀਂ ਸਟੈਪ 1 ਕੀ ਕਰਨਾ ਵਾ ਉਸ ਦੀਆਂ ਪੋਜੀਸ਼ਨਸ ਨੂੰ ਲਿਖ ਲੈਣੀਆਂ, ਜਿੱਦਾਂ ਏ ਦੀ 1 ਆ, ਬੀ ਦੀ 2 ਆ ਠੀਕ ਹੈ। ਉਸ ਤੋਂ ਬਾਅਦ ਦੂਸਰੀ ਗੱਲ ਕੀ ਆ, ਤੁਸੀਂ ਡਿਫਰੈਂਸ ਚੈੱਕ ਕਰਨਾ, ਮਤਲਬ ਤੁਸੀਂ ਮਾਈਨਸ ਕਰਕੇ ਅੱਗੇ ਦੇਖਣੇ ਕਿ -2 ਲੱਗਦਾ ਪਿਆ ਵਾ, -3 ਦਾ ਪੈਟਰਨ ਬਣਦਾ ਪਿਆ, -4 ਦਾ ਬਣਦਾ ਪਿਆ ਠੀਕ ਹੈ। ਉਸ ਤੋਂ ਬਾਅਦ ਅਗਰ ਨਹੀਂ ਬਣਦਾ ਪਿਆ ਦੈਨ ਤੁਸੀਂ ਪਲੱਸ ਕਰਕੇ ਦੇਖੋ। ਉਸ ਤੋਂ ਬਾਅਦ ਤੁਸੀਂ ਚੈੱਕ ਕਰਨਾ ਵਾ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਪੈਟਰਨਸ ਨੂੰ ਤੁਸੀਂ ਚੈੱਕ ਕਰਨਾ ਵਾ ਕਿ ਕਿੰਨਾ ਇਨਕਰੀਜ਼ ਹੁੰਦਾ ਪਿਆ, ਕਿੰਨਾ ਡਿਕਰੀਜ਼ ਹੁੰਦਾ ਪਿਆ। ਉਸ ਤੋਂ ਬਾਅਦ ਜਾਂ ਤੁਸੀਂ ਓਡ ਜਾਂ ਈਵਨ ਪੈਟਰਨ ਆ ਉਹ ਤੁਸੀਂ ਚੈੱਕ ਕਰ ਲੈਣਾ ਵਾ ਠੀਕ ਹੈ। ਅਗਰ ਤੁਸੀਂ ਇਹ 4 ਸਟੈਪ ਜਿਹੜੇ ਤੁਸੀਂ ਅਗਰ ਫੋਲੋ ਕਰਦੇ ਜੇ ਦੈਨ ਤੁਹਾਡੇ ਕੁਐਸਚਨਸ ਨੂੰ ਸੋਲਵ ਕਰਨਾ ਬਹੁਤ ਜ਼ਿਆਦਾ ਸੌਖਾ ਹੋ ਜਾਏਗਾ ਠੀਕ ਹੈ। ਪਰ ਆਪਾਂ ਮੋਸਟਲੀ ਐਜ਼ ਅ ਫਾਊਂਡੇਸ਼ਨ ਐਜ਼ ਅ ਬੇਸਿਕਲੀ ਆਪਾਂ ਸਾਰੇ ਦੇ ਸਾਰੇ 4 ਪੈਟਰਨਸ ਨੂੰ ਸਿੱਖ ਲਿਆ ਵਾ। ਤੁਸੀਂ ਇਹਨਾਂ ਕੁਐਸਚਨਸ ਦੇ ਵਿੱਚ ਮੇਨਲੀ ਕੀ ਕਰਨਾ ਉਹ ਆਪਾਂ ਸਿੱਖ ਲਿਆ ਵਾ। ਹੁਣ ਆਪਾਂ ਥੋੜ੍ਹੀ ਜਿਹੀ ਪ੍ਰੈਕਟਿਸ ਕਰਨੀ ਆ ਠੀਕ ਹੈ। ਸੋ ਪ੍ਰੈਕਟਿਸ ਕਰਨ ਦੇ ਰੂਲ ਕੀ ਆ, ਸਭ ਤੋਂ ਪਹਿਲਾਂ ਜਿਹੜਾ ਤੁਸੀਂ ਵੀਡੀਓ ਨੂੰ ਪੌਜ਼ ਕਰਨਾ ਵਾ ਠੀਕ ਹੈ। ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਮੈਂ ਤੁਹਾਨੂੰ ਕੁਐਸਚਨ ਸਕਰੀਨ 'ਤੇ ਆਉਣਗੇ ਤੁਸੀਂ ਉਹਨਾਂ ਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਆ। ਉਸ ਤੋਂ ਬਾਅਦ ਦੈਨ ਤੁਸੀਂ ਜਿਹੜੇ ਆਪਣੇ ਆਨਸਰਸ ਆ ਉਹਨਾਂ ਨੂੰ ਚੈੱਕ ਕਰਨਾ ਵਾ। ਲੈਟਸ ਸੀ ਆਪਾਂ ਦੇਖਦੇ ਹਾਂ ਕਿ ਹਾਊ ਮੈਨੀ ਕੁਐਸਚਨ ਤੁਸੀਂ ਜਿਹੜੇ ਆ ਕਰੈਕਟਲੀ ਸੋਲਵ ਕਰ ਸਕਦੇ ਜੀ ਠੀਕ ਹੈ। ਚਲੋ ਸ਼ੁਰੂ ਕਰਦੇ ਹਾਂ। ਸੋ ਆਪਣੇ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਈਜ਼ੀ ਲੈਵਲ ਦੇ ਕੁਐਸਚਨਸ ਦਊਂਗੀ। ਸੋ ਤੁਹਾਡੇ ਸਾਹਮਣੇ ਕੁਐਸਚਨ ਆ ਵਾ, ਇਹਨੂੰ ਜਿਹੜਾ ਵਾ ਵੀਡੀਓ ਨੂੰ ਰੋਕੋ ਐਂਡ ਦੈਨ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਐਂਡ ਦੈਨ ਆਪਣਾ ਆਨਸਰ ਜਿਹੜਾ ਦੱਸੋ DGJM ਦੈਨ ਤੁਸੀਂ ਕੁਐਸਚਨ ਮਾਰਕ ਤੇ ਦੱਸੋ ਕੀ ਆਏਗਾ ਠੀਕ ਹੈ। ਸੋ ਕੁਐਸਚਨ ਦੇ ਵਿੱਚ ਕੁਝ ਖਾਸ ਹੈ ਨਹੀਂ ਹੈ, ਜਿੱਦਾਂ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਐਜ਼ ਇਟ ਇਜ਼ ਆਪਾਂ ਇਹਨਾਂ ਦੀਆਂ ਪੋਜੀਸ਼ਨਸ ਨੂੰ ਲਿਖ ਲੈਂਦੇ ਹਾਂ D ਦੀ G ਦੀ J ਦੀ ਠੀਕ ਹੈ। ਤੁਸੀਂ ਇਹ 'ਚ ਦੇਖਦੇ ਹੀ ਪਏ ਹੋਗੇ 4 ਦੇ ਵਿੱਚ ਅਗਰ ਆਪਾਂ +3 ਕਰਾਂਗੇ ਦੈਨ ਆਪਣੇ ਤੋਂ 7 ਹੁੰਦਾ, 7 ਦੇ ਵਿੱਚ 3 ਪਲੱਸ ਕਰਾਂਗੇ ਦੈਨ 10 ਹੁੰਦਾ ਵਾ, 10 ਦੇ ਵਿੱਚ 3 ਕਰਾਂਗੇ ਦੈਨ ਆਪਣੇ ਤੋਂ 13 ਹੁੰਦਾ। ਉਸ ਤੋਂ ਬਾਅਦ ਬਸ ਆਪਾਂ ਜਿਹੜੀ ਇੱਥੇ 3 ਪਲੱਸ ਕਰਦੇ ਨੇ ਦੈਨ ਆਪਣੇ ਇੱਥੇ ਆ ਜਾਏਗਾ 16 ਆ ਜਾਏਗਾ ਠੀਕ ਹੈ। ਸੋ ਬਸ ਤੁਸੀਂ ਜਿਹੜਾ ਸੋਲਵਿੰਗ ਪੋਜੀਸ਼ਨ ਤੇ ਆਪਣੇ ਕੋਲ ਜਿਹੜਾ ਲੈਟਰ ਆ ਉਹ P ਲੈਟਰ ਹੁੰਦਾ ਵਾ। ਸੋ ਆਪਣੇ ਤੋਂ ਜਿਹੜਾ ਆਨਸਰ ਆ ਜਾਏਗਾ ਉਹ ਆ ਜਾਏਗਾ ਜੀ P ਆ ਜਾਏਗਾ ਠੀਕ ਹੈ। ਉਮੀਦ ਆ ਕਿ ਤੁਸੀਂ ਆਹ ਕੁਐਸਚਨ ਸਹੀ ਕੱਢ ਲਿਆ ਹੋਏਗਾ। ਉਸ ਤੋਂ ਬਾਅਦ ਆਪਣੇ ਤੋਂ ਸੈਕਿੰਡ ਕੁਐਸਚਨ ਆ, ਇਹਨੂੰ ਜਿਹੜਾ ਹੁਣ ਤੁਸੀਂ ਸੋਲਵ ਕਰਕੇ ਦੱਸੋ ਜਲਦੀ ਠੀਕ ਹੈ। ਆਪਾਂ ਇਹਦਾ ਆਨਸਰ ਦੇਖਣੇ ਆ। ਆਪਾਂ ਸਭ ਤੋਂ ਪਹਿਲਾਂ ਇਹਨਾਂ ਦੀਆਂ ਪੋਜੀਸ਼ਨਸ ਲਿਖੀਆਂ ਆਪਣੇ ਤੋਂ ਆ ਜਿਹੜੀਆਂ ਸਾਰਿਆਂ ਦੀ ਪੋਜੀਸ਼ਨਸ ਆ 26 25 23 ਐਂਡ 20। ਸੋ ਇਹਦੇ ਵਿੱਚ ਕੀ ਹੁੰਦਾ ਵਾ, ਸਭ ਤੋਂ ਪਹਿਲਾਂ ਇਹ 'ਚ -1 ਹੋਇਆ ਦੈਨ -2 ਹੋਇਆ ਦੈਨ -3। ਸੋ ਸਭ ਤੋਂ ਪਹਿਲਾਂ ਆਪਾਂ ਇੱਥੇ -4 ਕਰ ਦੇਣਾ ਠੀਕ ਹੈ। ਆ ਪੈਟਰਨ ਚੱਲਦਾ ਪਿਆ -1 ਦਾ ਦੈਨ -2 ਦੈਨ -3 ਹੋਇਆ ਵਾ। ਸੋ ਆਪਾਂ ਅਬ -4 ਕਰਾਂਗੇ ਦੈਨ ਆਪਣੇ ਕੋ ਆ ਜਾਏਗਾ 16 ਆ ਜਾਏਗਾ। 16 ਨੰਬਰ ਤੇ ਫਿਰ ਤੋਂ P ਪਿਆ ਵਾ ਠੀਕ ਹੈ। ਉਮੀਦ ਹੈ ਕਿ ਤੁਹਾਡਾ ਵੀ ਆਨਸਰ ਸਹੀ ਆਇਆ ਹੋਏਗਾ। ਦੈਨ ਉਸ ਤੋਂ ਬਾਅਦ ਆ ਜਾਏਗਾ ਮੀਡੀਅਮ ਲੈਵਲ ਆ ਜਾਏਗਾ। ਸੋ ਆਪਣੇ ਤੋਂ ਕੁਐਸਚਨ ਨੰਬਰ ਆ ਮੀਡੀਅਮ ਲੈਵਲ ਦਾ ਹੈ, ਆ ਤੁਸੀਂ ਜਿਹੜਾ ਵਾ ਸੋਲਵ ਕਰਕੇ ਦੱਸੋ ਜਲਦੀ ਠੀਕ ਹੈ। A ਆ C ਆ F ਆ J ਆ ਐਂਡ ਦੈਨ ਸੋ ਇਸ ਦਾ ਆਨਸਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ U ਜਿਹੜਾ ਇਹਦਾ ਆਨਸਰ ਆਏਗਾ ਠੀਕ ਹੈ। ਅਗਰ ਤੁਹਾਨੂੰ ਨਹੀਂ ਸਮਝ ਆਇਆ ਦੈਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੇ, ਮੈਨੂੰ ਇੱਥੇ ਦੱਸਣ ਨਹੀਂ ਲੱਗੀ ਬਟ ਤੁਸੀਂ ਖੁਦ ਸੋਲਵ ਕਰਿਓ ਠੀਕ ਹੈ। ਉਸ ਤੋਂ ਬਾਅਦ ਕੁਐਸਚਨ 2 ਆ, ਇਹਨੂੰ ਵੀ ਤੁਸੀਂ ਖੁਦ ਸੋਲਵ ਕਰਕੇ ਦੇਖੋ BDJKP। ਸੋ ਇਸ ਦਾ ਆਨਸਰ ਮੈਂ ਤੁਹਾਨੂੰ ਦੱਸ ਦਿੰਦੀ, ਇਸ ਦਾ ਆਨਸਰ ਜਿਹੜਾ ਵਾ V ਆਏਗਾ। ਸੋ ਮੈਨੂੰ ਲੱਗਦਾ ਕਿ ਹੁਣ ਤੁਹਾਡੇ ਜਿਹੜੇ ਆ ਦੋਵੇਂ ਕੁਐਸਚਨ ਜਿਹੜੇ ਆ ਕਰੈਕਟ ਹੋ ਗਏ ਹੋਣਗੇ ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਆਪਣੇ ਹਾਰਡ ਲੈਵਲ ਦੀ, ਤਾਂ ਹਾਰਡ ਲੈਵਲ ਦਾ ਕੁਐਸਚਨ ਤੁਸੀਂ ਆਹ ਵਾਲਾ ਸੋਲਵ ਕਰਕੇ ਦਿਖਾਉਣਾ ਹੈ। A ਆ Z ਆ D ਆ W ਆ G ਆ ਐਂਡ ਦੈਨ ਤੁਸੀਂ ਇੱਥੇ ਦੱਸਣਾ ਕੀ ਆਏਗਾ ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਦਾ ਆਨਸਰ ਦੱਸ ਦੇਣੀ, ਇਸ ਦਾ ਆਨਸਰ ਆਪਣੇ ਤੋਂ ਕੀ ਆਏਗਾ T ਇਸ ਦਾ ਆਨਸਰ ਆ ਜਾਏਗਾ। ਐਂਡ ਦੈਨ ਉਸ ਤੋਂ ਬਾਅਦ ਹਾਰਡ ਲੈਵਲ ਤੇ ਕੁਐਸਚਨ ਨੰਬਰ ਸੈਕਿੰਡ ਆ MJGD ਐਂਡ ਦੈਨ ਤੁਸੀਂ ਇੱਥੇ ਦੱਸਣਾ ਵਾ ਕਿ ਕੀ ਆਏਗਾ। ਸੋ ਇਸ ਦਾ ਆਨਸਰ ਜਿਹੜਾ ਆਪਣੇ ਤੋਂ ਆ ਜਾਏਗਾ A ਦਾ ਜਿਹੜਾ ਆਪਣੇ ਤੋਂ ਆਨਸਰ ਆ ਜਾਏਗਾ। ਉਮੀਦ ਆ ਕਿ ਤੁਸੀਂ ਜਿਹੜੇ ਆ ਦੋਵੇਂ ਕੁਐਸਚਨ ਤੁਹਾਡੇ ਤੋਂ ਸੋਲਵ ਹੋ ਗਏ ਹੋਣਗੇ ਠੀਕ ਹੈ। ਸੋ ਆਪਣਾ ਜਿਹੜਾ ਵਾ ਤੁਸੀਂ ਸਕੋਰ ਚੈੱਕ ਕਰੋ, ਅਗਰ ਤੁਹਾਡੇ 8 ਦੇ 8 ਕੁਐਸਚਨ ਜਿਹੜੇ ਸਹੀ ਆ ਦੈਨ ਤੁਸੀਂ ਆਪਣੇ ਤੋਂ ਟੋਪਰ ਲੈਵਲ ਤੇ ਆਉਂਦੇ ਜੇ। ਅਗਰ ਤੁਹਾਡੇ 6 ਤੋਂ 7 ਕੁਐਸਚਨ ਜਿਹੜੇ ਸਹੀ ਹੁੰਦੇ ਆ ਦੈਨ ਤੁਸੀਂ ਐਕਸੀਲੈਂਟ ਕੰਮ ਕੀਤਾ ਵਾ। ਅਗਰ
ਅਗਰ ਤੁਸੀਂ 4 ਤੋਂ 5 ਕੁਐਸਚਨਸ ਕਰੈਕਟ ਕੀਤੇ ਨੇ ਦੈਨ ਤੁਹਾਨੂੰ ਜਿਹੜੀ ਆ ਥੋੜ੍ਹੀ ਹੋਰ ਪ੍ਰੈਕਟਿਸ ਦੀ ਜ਼ਰੂਰਤ ਆ। ਦੈਨ ਅਗਰ ਤੁਹਾਡੇ 3 ਕਰੈਕਟ ਆ ਜਾਂ 0 ਤੋਂ ਲੈ ਕੇ 1 2 3 ਕੋਈ ਵੀ ਸਹੀ ਆ ਦੈਨ ਤੁਹਾਨੂੰ ਸਾਰੀ ਦੀ ਸਾਰੀ ਵੀਡੀਓ ਤੋਂ ਦੁਬਾਰਾ ਤੋਂ ਰਿਵਾਈਜ਼ ਕਰਨਾ ਵਾ, ਜਾਂ ਨੋਟਸ ਮੈਂ ਤੁਹਾਨੂੰ ਸੈਂਡ ਕਰੂੰਗੀ ਉੱਥੋਂ ਤੁਸੀਂ ਸਾਰਾ ਰਿਵਾਈਜ਼ ਕਰਨਾ, ਠੀਕ ਹੈ। ਬਸ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਪ੍ਰੈਕਟਿਸ ਨਾ ਹੀ ਜੇ ਤੁਹਾਡੀ ਸਾਰੀ ਦੀ ਸਾਰੀ ਦਿੱਕਤ ਆ ਉਹ ਸੋਲਵ ਹੋਣੀ ਹੈ, ਠੀਕ ਹੈ। ਐਂਡ ਹਾਲੇ ਤਾਂ ਬਸ ਸਟਾਰਟਿੰਗ ਆ, ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਐਗਜ਼ਾਮ ਵਾਸਤੇ ਟਿਪ। ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਮੈਂ ਤੁਹਾਨੂੰ ਦੱਸੂੰਗੀ। ਸਭ ਤੋਂ ਪਹਿਲਾਂ ਆਪਣੀ ਟਿਪ ਨੰਬਰ ਫਸਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵਾ ਕਿ ਤੁਸੀਂ ਜਿਹੜਾ ਪੋਜੀਸ਼ਨਸ ਨੂੰ ਲਿਖਣਾ ਵਾ। ਉਸ ਤੋਂ ਬਾਅਦ ਟਿਪ ਨੰਬਰ ਸੈਕਿੰਡ ਆ ਕਿ ਤੁਸੀਂ ਜਿਹੜਾ ਸਭ ਤੋਂ ਪਹਿਲਾਂ EOT ਰੂਲ ਨੂੰ ਜਿਹੜਾ ਅਪਲਾਈ ਕਰਨਾ ਵਾ। ਉਸ ਤੋਂ ਬਾਅਦ ਆਪਣੇ ਕੋਲ ਟਿਪ ਨੰਬਰ 3 ਹੈ, ਤੁਸੀਂ ਓਡ ਈਵਨ ਜਿਹੜਾ ਪੈਟਰਨ ਮੈਂ ਤੁਹਾਨੂੰ ਸਮਝਾਇਆ ਉਹਨੂੰ ਤੁਸੀਂ ਚੈੱਕ ਕਰਨਾ ਵਾ। ਉਸ ਤੋਂ ਬਾਅਦ ਆਪਣੇ ਤੋਂ ਟਿਪ ਨੰਬਰ 4 ਆ, ਡੋਂਟ ਵੇਸਟ ਮੋਰ ਦੈਨ 1 ਮਿੰਟ ਔਨ 1 ਕੁਐਸਚਨ, ਠੀਕ ਹੈ। ਤੁਹਾਡੇ ਤੋਂ ਟਾਈਮ ਲਿਮਿਟਡ ਹੋਏਗਾ, ਬਾਕੀ ਸਾਰੇ ਸਬਜੈਕਟ ਵੀ ਤੁਸੀਂ ਸੋਲਵ ਕਰਨੇ ਹੋਣਗੇ। ਸੋ ਤੁਸੀਂ ਪੇਪਰ ਦੇ ਵਿੱਚ 1 ਮਿੰਟ ਤੋਂ ਬਾਅਦ ਅਗਰ ਤੁਹਾਡੇ ਕੋਲ ਕੁਐਸਚਨ ਨਹੀਂ ਸੋਲਵ ਹੁੰਦਾ ਦੈਨ ਤੁਸੀਂ ਉਹਨੂੰ ਬਾਅਦ 'ਚੋਂ ਦੇਖਿਓ ਅਗਰ ਤੁਹਾਡੇ ਤੋਂ ਟਾਈਮ ਹੁੰਦਾ ਵਾ, ਠੀਕ ਹੈ। ਬਟ ਤੁਸੀਂ ਇਹਦੇ ਕਰਕੇ ਬਾਕੀ ਕੁਐਸਚਨਸ ਨੂੰ ਛੱਡ ਕੇ ਨਹੀਂ ਆਉਣਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਆ ਟਿਪ ਨੰਬਰ 5 ਆ, ਤੁਸੀਂ ਘੱਟੋ ਘੱਟ ਰੋਜ਼ 10 ਕੁਐਸਚਨਸ ਦੀ ਡੇਲੀ ਪ੍ਰੈਕਟਿਸ ਕਰਨੀ ਹੀ ਕਰਨੀ ਆ, ਠੀਕ ਹੈ। ਸੋ ਬਿਕੋਜ਼ ਅਗਰ ਤੁਸੀਂ ਕੰਸਿਸਟੈਂਟ ਰਹੋਗੇ ਦੈਨ ਹੀ ਸਕਸੈਸ ਜਿਹੜਾ ਮਿਲ ਪਾਏਗਾ, ਠੀਕ ਹੈ। ਐਟ ਦ ਲਾਸਟ ਤੁਸੀਂ ਕੰਗ੍ਰੈਚੁਲੇਸ਼ਨਸ ਬਿਕੋਜ਼ ਤੁਸੀਂ ਅੱਜ ਸਿੱਖਿਆ ਵਾ ਐਲਫਾਬੈਟ ਸੀਰੀਜ਼ ਦੇ ਸਾਰੇ ਬੇਸਿਕਸ। ਉਸ ਤੋਂ ਬਾਅਦ ਪੋਜੀਸ਼ਨ ਟੇਬਲ ਸਿੱਖ ਲਿਆ ਵਾ, EOT ਰੂਲ, ਆਵਲਾ ਰੂਲ ਸਿੱਖ ਲਿਆ ਵਾ। ਉਸ ਤੋਂ ਬਾਅਦ ਰਿਵਰਸ ਪੋਜੀਸ਼ਨ ਦੀ ਟ੍ਰਿਕ ਸਿੱਖੀ ਆ, 4 ਦੇ 4 ਪੈਟਰਨ ਸਿੱਖ ਲਏ ਆ। ਉਸ ਤੋਂ ਬਾਅਦ ਤੁਸੀਂ ਐਡਵਾਂਸਡ ਕੁਐਸਚਨਸ ਕਰ ਲਿਆ, ਐਗਜ਼ਾਮ ਦੀਆਂ ਟ੍ਰਿਕ ਸਿੱਖ ਲਿਆ ਵਾ। ਨਾਲ ਦੇ ਨਾਲ ਅਗਰ ਤੁਹਾਡੇ 8 ਵਿੱਚੋਂ 8 ਨੰਬਰ ਆਇਆ ਦੈਨ ਤੁਸੀਂ ਐਕਸੀਲੈਂਟਲੀ ਕੰਮ ਕੀਤਾ ਵਾ ਤੇ ਐਕਸੀਲੈਂਟਲੀ ਸਿੱਖ ਲਿਆ ਵਾ, ਠੀਕ ਹੈ। ਫ੍ਰੀ ਨੋਟਸ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਣਗੇ, ਠੀਕ ਹੈ। ਸੋ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ। ਪਹਿਲੇ 500 ਬੱਚਿਆਂ ਦੇ ਵਾਸਤੇ ਜਿਹੜੇ ਨੋਟਸ ਆ ਉਹ ਪਿਓਰਲੀ ਫ੍ਰੀ ਆ। ਅਗਰ ਤੁਸੀਂ ਪਹਿਲੇ 500 ਬੱਚੇ ਤੋਂ ਲੇਟ ਹੋ ਗਏ ਹੋ ਦੈਨ ਪਲੀਜ਼ ਮੈਨੂੰ ਵਟਸਐਪ 'ਤੇ ਜਿਹੜਾ ਮੈਸੇਜ ਕਰ ਦਿਓ, ਆਪਾਂ ਕੋਈ ਨਾ ਕੋਈ ਹੀਲਾ ਜਿਹੜਾ ਜ਼ਰੂਰ ਕਰ ਲਾਂਗੇ, ਠੀਕ ਹੈ। ਬਾਕੀ ਅਗਰ ਵੀਡੀਓ ਵਧੀਆ ਲੱਗੀ ਦੈਨ ਲਾਈਕ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰ ਲਿਓ, ਠੀਕ ਹੈ। ਇਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਤੇ ਮੈਂ ਤੁਹਾਡੇ ਵਾਸਤੇ ਹੋਰ ਵੀ ਪੂਰੀ ਦੀ ਪੂਰੀ ਤਿਆਰੀ ਕਰਵਾਉਂਗੀ। ਐਂਡ ਤੁਹਾਨੂੰ ਆਪਾਂ ਅਗਲੀ ਕਲਾਸ 'ਚ ਮਿਲਦੇ ਹਾਂ ਜਿਹੜੀ ਹੋਏਗੀ ਜੀ ਆਪਣੇ ਕੋਲ ਕੋਡਿੰਗ ਡੀ ਕੋਡਿੰਗ ਦੀ, ਠੀਕ ਹੈ। ਥੈਂਕ ਯੂ ਸੋ ਮਚ ਰਾਜੇ।